ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਝ ਮਹੱਲਾ ਪੰਜਵਾ ਘਰ ਤੀਜਾ। ਹਰ ਜਪ ਜਪੇ ਮਨ ਧੀਰੇ ਰਹਾਉ। ਸਿਮਰ ਸਿਮਰ ਗੁਰ ਦੇਉ ਮਿਟ ਗਏ ਭੈ ਦੂਰੇ। ਹਰ ਜਪ ਜਪੇ ਮਨ ਧੀਰੇ ਰਹਾਉ। ਸਿਮਰ ਸਿਮਰ ਗੁਰ ਦੇਉ ਮਿਟ ਗਏ ਭੈ ਦੂਰੇ। ਸ਼ਰਨ ਆਵੈ ਭਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ। ਸ਼ਰਨ ਆਵੈ ਭਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਵਰ ਤਖਤ ਦੇ ਮਾਲਕ ਹਲਤ ਪਲਤ ਕੇ ਰੱਖਿਅਕ ਆਪ ਨਰਾਇਣ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਪਵਿੱਤਰ ਬਚਨ, ਜਿਨ੍ਹਾਂ ਦੇ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਾਗ ਮਾਝ 132 ਅੰਗ ਉੱਪਰ ਸੁਭਾਏਮਾਨ ਸ਼ਬਦ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾ ਸਤਿਗੁਰੂ ਮੰਗਲਾ ਚਰਨ ਕਰਦੇ ਹਨ ਔਰ ਮੰਗਲਾ ਚਰਨ ਵਿੱਚ ਉਸ ਪਰਿਪੂਰਨ ਪਰਮੇਸ਼ਰ ਦੀ ਮਹਿਮਾ ਵੀ ਲਿਖਦੇ ਹੈ ਅਤੇ ਉਹਦੇ ਮਿਲਣ ਦਾ ਢੰਗ ਵੀ ਦੱਸਦੇ ਹੈ ਕਿ ਉਹ ਅਦੁੱਤੀ ਅਦਵੈਤ ਪਰਮਾਤਮਾ ਪਰਮੇਸ਼ਰ ਇੱਕ ਹੈ। ਓਮ ਇਹ ਕੁਦਰਤ ਜਿਹੜੀ ਹੈ ਉਸੇ ਦਾ ਰੂਪ ਹੈ। ਕਾਰ ਇਹਦੇ ਵਿੱਚ ਉਸੇ ਦਾ ਹੁਕਮ ਚੱਲਦਾ ਹੈ। ਇਹ ਸ੍ਰਿਸ਼ਟੀ ਉਹਦੇ ਹੁਕਮ ਅੰਦਰ ਹੀ ਚੱਲ ਰਹੀ ਹੈ। ਉਹ ਜਿਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਕੋਈ ਸਰੂਪ ਨਹੀਂ ਬਣਦਾ, ਜੋ ਸੂਖਮ ਹੈ
ਸਾਰੀ ਸ੍ਰਿਸ਼ਟੀ ਵੀ ਸਮਾਇਆ ਹੋਇਆ ਹੈ। ਐਸੇ ਪਰਮਾਤਮਾ ਨੂੰ ਪਾਉਣ ਲਈ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ। ਉਹ ਅਦੁੱਤੀ ਅਦਵੈਤ ਪਰਮੇਸ਼ਰ ਇੱਕ ਹੈ, ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਉਹਦੇ ਹੁਕਮ ਅੰਦਰ ਸ੍ਰਿਸ਼ਟੀ ਚੱਲ ਰਹੀ ਹੈ। ਸਤ ਉਹ ਹੀ ਸਤ ਹੈ। ਗੁਰ ਉਹ ਸਾਡੇ ਜੀਵਨ ਦੀ ਜਾਂਚ ਹੈ। ਇੱਕ ਅਰਥ ਇਹ ਬਣਿਆ ਇਸ ਦਾ ਕਿ ਉਹ ਪਰਮੇਸ਼ਰ ਹੀ ਸਾਡਾ ਜੀਵਨ ਹੈ। ਜਦ ਉਸ ਨਾਲ ਜੁੜ ਕੇ ਚੱਲਾਂਗੇ ਤੇ ਸਾਡਾ ਸਹੀ ਜੀਵਨ ਹੈ। ਪ੍ਰਸਾਦ ਉਹ ਹੀ ਸਭ ਤੇ ਕਿਰਪਾ ਕਰ ਰਿਹਾ ਹੈ। ਦੂਸਰਾ ਅਰਥ, ਐਸੇ ਪਰਮੇਸ਼ਰ ਨੂੰ ਪਾਉਣ ਦੇ ਲਈ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੀ ਲੋੜ ਹੈ। ਅੱਗੇ ਲਿਖਦੇ ਹਨ, ਮਾਝ। ਮਾਝ ਰਾਗ ਦਾ ਨਾਮ ਹੈ। ਮਹੱਲਾ ਪੰਜਵਾ। ਮਹੱਲਾ ਹੁੰਦਾ ਹੈ ਅਸਥਾਨ, ਘਰ। ਇਹ ਸ਼ਬਦ ਕਿਹੜੇ ਘਰ ਵਿੱਚੋਂ ਉਚਾਰਿਆ ਗਿਆ, ਭਾਵ ਕਿਹੜੇ ਸਰੀਰ ਵਿੱਚੋਂ ਉਚਾਰਿਆ ਗਿਆ? ਉਹ ਹੈ ਪੰਜਵਾਂ ਸਰੀਰ, ਭਾਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਘਰ ਤੀਜਾ। ਤੇ ਅਗਲੇ ਘਰ ਦਾ ਅਰਥ ਹੈ ਰਾਗੀਆਂ ਵਾਸਤੇ। ਇਸ ਸ਼ਬਦ ਨੂੰ ਕਿੰਨਾ ਉੱਚਾ ਨੀਵਾਂ ਕਿਹੜੇ ਸੁਰਤਾਲ ਵਿੱਚ ਗਾਉਣਾ ਹੈ, ਇਹ ਰਾਗੀਆਂ ਨੂੰ ਗਾਉਣ ਦੀ ਡਾਇਰੈਕਸ਼ਨ ਵੀ ਦਿੱਤੀ ਹੈ। ਇਸ ਨੂੰ ਤੀਸਰੇ ਘਰ ਵਿੱਚ ਗਾਉਣਾ ਹੈ। ਫਿਰ ਅੱਗੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕੀ ਕਹਿੰਦੇ ਹਨ? ਹਰ ਜਪ ਜਪੇ ਮਨ ਧੀਰੇ, ਆਓ ਸਿੱਖਾ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜਪਣਾ ਕਰੀਏ, ਜਿਸ ਦੇ ਜਾਪ ਕਰਿਆਂ ਮਨ ਨੂੰ ਧੀਰਜ ਆਉਂਦਾ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਮਨ ਟਿਕਦਾ ਨਹੀਂ, ਭਟਕਦਾ ਰਹਿੰਦਾ ਹੈ, ਇਸ ਨੂੰ ਕਿਵੇਂ ਟਿਕਾਇਆ ਜਾਵੇ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹਰੀ ਨੂੰ ਜਪ ਕੇ, ਇੱਕ ਨਾਲ ਜੁੜ ਕੇ। ਕਿਉਂਕਿ ਮਨੁੱਖ ਉਦੋਂ ਹੀ ਭਟਕਦਾ ਹੈ ਜਦੋਂ ਇਸ ਦਾ ਧਿਆਨ ਕਈ ਥਾਵਾਂ 'ਤੇ ਖਿੰਡਿਆ ਹੁੰਦਾ। ਖਿੰਡੇ ਹੋਏ ਧਿਆਨ ਕਾਰਨ ਪਹਿਲਾਂ ਤਾਂ ਸਾਡਾ ਮਨ, ਸਾਡੀ ਸੁਰਤ ਖਿੰਡਦੀ ਹੈ, ਕਦੇ ਉੱਧਰ ਜਾਂਦੀ ਆ, ਅਤੇ ਫਿਰ ਉਹਦੇ ਮਗਰ ਸਾਡਾ ਸਰੀਰ ਵੀ ਚੱਲ ਪੈਂਦਾ। ਜਿਸ ਤਰ੍ਹਾਂ ਕੋਈ ਚਰਸਤੇ ਵੀ ਜਾ ਕਰਕੇ ਬੰਦਾ ਭਟਕ ਜਾਂਦਾ ਹੈ ਕਿ ਮੇਰਾ ਕਿਹੜਾ ਰਸਤਾ, ਮੈਂ ਕਿਹੜੇ ਰਸਤੇ ਜਾਵਾਂ, 4 ਰਸਤੇ ਬਣ ਗਏ, ਅਤੇ ਫਿਰ ਉੱਥੇ ਕਿਸੇ ਜਾਣੂ ਨੂੰ ਪੁੱਛਣਾ ਪੈਂਦਾ ਵੀ ਯਾਰ ਮੈਂ ਫਲਾਣੇ ਪਾਸੇ ਜਾਣਾ, ਇਹਨਾਂ 'ਚੋਂ ਕਿਹੜਾ ਰਸਤਾ ਸਹੀ ਆ? ਤਾਂ ਫਿਰ ਜਿਹੜਾ ਉਹਨਾਂ ਰਸਤਿਆਂ ਨੂੰ ਜਾਣਦਾ ਹੈ ਉਹ ਦੱਸ ਸਕਦਾ ਵੀ ਤੇਰਾ ਰਸਤਾ ਇਹ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਆਤਮੇ ਨੂੰ, ਸਾਡੇ ਮਨ ਨੂੰ, ਸਾਡੀ ਸੁਰਤ ਨੂੰ ਧੀਰਜ ਦੇਣ ਵਾਸਤੇ ਗੁਰੂ ਨੂੰ ਪੁੱਛਣ ਦੀ ਲੋੜ ਹੈ ਕਿ ਸਾਨੂੰ ਧੀਰਜ ਕਿਵੇਂ ਆਵੇਗਾ। ਜਿਸ ਤਰ੍ਹਾਂ ਚਰਸਤੇ ਵਿੱਚ ਭਟਕੇ ਬੰਦੇ ਨੂੰ ਹੁਣ ਧੀਰਜ ਨਹੀਂ, ਉਹਨੂੰ ਆਪਣਾ ਰਸਤਾ ਦਿਖਾਈ ਨਹੀਂ ਦਿੰਦਾ, ਅਤੇ ਜਦੋਂ ਹੀ ਜਾਣਕਾਰ ਦੱਸ ਦਿੰਦਾ ਉਹਨੂੰ ਧੀਰਜ ਆ ਜਾਂਦਾ ਵੀ ਠੀਕ ਹੈ, ਬਾਕੀ ਰਸਤੇ ਛੱਡ ਕੇ ਆਪਦੀ ਰਾਹ ਪੈ ਜਾਂਦਾ। ਉਸੇ ਤਰ੍ਹਾਂ ਹੀ ਗੁਰੂ ਜਦੋਂ ਕਿਰਪਾ ਕਰਦਾ ਸਿੱਖ ਨੂੰ, ਪਰਮੇਸ਼ਰ ਦੇ ਵੱਲ ਤੋਰ ਦਿੰਦਾ, ਤਾਂ ਇਸ ਨੂੰ ਧੀਰਜ ਆ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਇਸ ਮਾਇਆ ਦੀ ਭਟਕਣਾ ਕਰਕੇ ਜੀਵ ਪਰਮੇਸ਼ਰ ਤੋਂ ਵਿਛੜਿਆ ਭਟਕ ਰਿਹਾ ਹੈ, ਪਰ ਜਦੋਂ ਹੀ ਉਹਦੇ ਨਾਲ ਜੁੜ ਜਾਂਦਾ ਹੈ, ਹਰ ਜਪ ਜਪੇ ਮਨ ਧੀਰੇ, ਉਸ ਦੇ ਨਾਲ ਜੁੜਦਿਆਂ ਹੀ ਸ਼ਾਂਤੀ ਆ ਜਾਂਦੀ ਹੈ, ਮਨ ਧੀਰਜ ਵਿੱਚ ਆ ਜਾਂਦਾ ਹੈ। ਰਹਾਉ
ਰਹਾਉ ਵਾਲੀ ਪੰਕਤੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਾਰੇ ਸ਼ਬਦ ਦਾ ਮੇਨ ਭਾਵ ਹੁੰਦਾ ਹੈ। ਸਾਰੇ ਸ਼ਬਦ ਦਾ ਜੋ ਮੇਨ ਮਕਸਦ ਹੈ ਉਹ ਰਹਾਉ ਵਾਲੀ ਪੰਕਤੀਆਂ ਵਿੱਚ ਹੁੰਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਹਨ ਰਹਾਉ। ਰਹਾਉ ਦਾ ਮਤਲਬ ਹੁੰਦਾ ਰੁਕੋ, ਠਹਿਰੋ। ਰਹਾਉ ਕਹਿੰਦਾ ਖੜ੍ਹ ਜਾਓ, ਪਿੱਛੇ ਕੀ ਪੜ੍ਹਿਆ ਉਹਨੂੰ ਵਿਚਾਰ ਨਾ ਕਰੋ। ਗੁਰਬਾਣੀ ਪੈਰ ਪੈਰ 'ਤੇ ਕਹਿੰਦੀ ਹੈ ਧਰ ਧਰ ਕਦਮ ਚਰਨ ਧਰੇ ਵਿਚਾਰੀ, ਹਰ ਪੈਰ ਸੋਚ ਕੇ ਚੱਕੋ ਅਤੇ ਸੋਚ ਕੇ ਰੱਖੋ। ਦੁਬਦਾ ਛੋੜ ਭਏ ਨਿਰੰਕਾਰੀ, ਦੁਬਦਾ ਵਿੱਚੋਂ ਨਿਕਲ ਕੇ ਇੱਕ ਨਿਰੰਕਾਰ ਜਲ ਜੁੜ ਕੇ ਉਹਦੇ ਰੂਪ ਹੋ ਜਾਓਗੇ। ਨਿਰੰਕਾਰੀ ਨਿਰਾਕਾਰ ਭਾਵ ਇਹਨਾਂ ਆਕਾਰਾਂ 'ਚੋਂ ਨਿਕਲ ਕੇ ਉਸ ਨਿਰਾਕਾਰ ਵਿੱਚ ਪ੍ਰਵੇਸ਼ ਹੋ ਜਾਓਗੇ। ਜੰਮਣਾ ਮਰਨਾ ਖਤਮ ਹੋ ਜਾਵੇਗਾ। ਤਾਂ ਤੇ ਆਓ ਆਤਮਿਕ ਸ਼ਾਂਤੀ ਦੇ ਲਈ, ਮਨ ਦੇ ਧੀਰਜ ਦੇ ਲਈ ਲੋੜ ਹੈ ਹਰੀ ਦੇ ਨਾਲ ਜੁੜਨ ਦੀ। ਹਰ ਜਪ ਜਪੇ ਮਨ ਧੀਰੇ, ਰਹਾਓ ਸਿਮਰ ਸਿਮਰ ਗੁਰਦੇਓ। ਸਤਿਗੁਰ ਨੂੰ ਸਿਮਰ ਕੇ, ਸਤਿਗੁਰ ਦੇ ਦੱਸੇ ਮਾਰਗ 'ਤੇ ਚੱਲ ਕੇ। ਸਿਮਰਨ ਦਾ ਮਤਲਬ ਹੁੰਦਾ ਹੈ ਇੱਕ ਤਾਂ ਅਸੀਂ ਵਾਹਿਗੁਰੂ 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 ਜਪਦੇ ਹਾਂ, ਇਹ ਵੀ ਸਿਮਰਨ ਹੈ। ਅਤੇ ਦੂਸਰਾ ਸਿਮਰਨ ਦਾ ਮਤਲਬ ਹੈ ਗੁਰੂ ਦੀ ਗੱਲ ਨੂੰ ਚੇਤੇ ਰੱਖਣਾ, ਯਾਦ ਕਰਨਾ। ਜਿਸ ਤਰ੍ਹਾਂ ਭੂਮੀਆ ਚੋਰ ਗੁਰੂ ਨਾਨਕ ਦੇ ਬਚਨਾਂ ਨੂੰ ਯਾਦ ਰੱਖਦਾ ਹੈ ਤਾਂ ਪਹਿਲੀ ਹੀ ਚੋਰੀ ਤੋਂ ਬਾਅਦ ਉਹ ਵਜ਼ੀਰ ਬਣ ਜਾਂਦਾ। ਸਿਮਰਨਾ ਭਾਵ ਯਾਦ ਰੱਖਣਾ, ਚੇਤੇ ਵਿੱਚ ਰੱਖਣਾ। ਜਿਵੇਂ ਕੋਈ ਜੇਬ ਦੇ ਵਿੱਚ, ਖੀਸੇ ਵਿੱਚ ਕੋਈ ਕੀਮਤੀ ਵਸਤੂ ਪਾਈ ਹੈ ਔਰ ਉਹਦੇ ਗਵਾਚਣ ਦਾ ਖਤਰਾ ਬਣ ਜਾਵੇ ਤਾਂ ਬੰਦਾ ਵਾਰ-ਵਾਰ ਖੀਸੇ ਨੂੰ ਹੱਥ ਮਾਰਦਾ, ਵਾਰ-ਵਾਰ ਜੇਬ 'ਤੇ ਹੱਥ ਮਾਰਦਾ, ਸਮਾਨ ਡਿੱਗ ਤਾਂ ਨਹੀਂ ਪਿਆ। ਅਤੇ ਫਿਰ ਇਸੇ ਦਾ ਜੀਵਨ ਤਾਂ ਬੜਾ ਕੀਮਤੀ ਹੈ, ਇਹਦੇ ਬਾਰੇ ਵੀ ਵਾਰ-ਵਾਰ ਸੁਰਤ ਦੇ ਖੀਸੇ ਵਿੱਚ ਦੇਖਣਾ, ਨਾਮ ਚੱਲ ਰਿਹਾ ਕਿਤੇ ਬੰਦ ਤਾਂ ਨਹੀਂ ਹੋ ਗਿਆ। ਕਹੋ ਸਤਿਨਾਮ, ਕਿਉਂਕਿ ਆਖਾਂ ਜੀਵਾਂ ਵਿਸਰੇ ਮਰ ਜਾਉ, ਕਿ ਮੇਰੇ ਅੰਦਰੋਂ ਨਾਮ ਚੱਲ ਰਿਹਾ ਜੋ ਮੇਰਾ ਜੀਵਨ ਹੈ। ਤਾਂ ਇਸ ਕਰਕੇ ਉਹਨੂੰ ਸਿਮਰ ਕੇ, ਸਿਮਰ ਸਿਮਰ ਗੁਰਦੇਓ ਮਿਟ ਗਏ ਭੈ ਦੂਰੇ। ਦੂਰੇ ਬਿੱਥਾਂ ਜਿਹੜੀਆਂ ਕਿ ਗੁਰੂ ਤੋਂ ਬਿੱਥਾਂ ਪੈ ਜਾਂਦੀਆਂ ਭਰਮ ਭੁਲੇਖਿਆਂ ਦੇ ਨਾਲ, ਦੁਬਦਾ ਦੇ ਨਾਲ, ਦਵੈਤ ਕਾਰਨ, ਉਹ ਜਿਹੜੀਆਂ ਬਿੱਥਾਂ ਉਹ ਵੀ ਖਤਮ ਹੋ ਜਾਣਗੀਆਂ। ਉਹ ਪਰਦਾ ਵੀ ਖਤਮ ਹੋ ਜਾਵੇਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਾਡੇ ਅਤੇ ਪਰਮੇਸ਼ਰ ਦੇ ਵਿਚਾਲੇ ਜਿਹੜੀ ਭਰਮਾਂ ਦੀ ਕੰਧ ਖੜ੍ਹੀ ਹੋ ਗਈ ਝੂਠ ਦੀ, ਇਹਨੂੰ ਕਿਵੇਂ ਤੋੜਿਆ ਜਾ ਸਕਦਾ? ਇਹ ਝੂਠ ਦੀ ਕੰਧ ਨੂੰ ਕਿਵੇਂ ਪਾਸੇ ਕਰੀਏ? ਸਿਮਰ ਸਿਮਰ ਗੁਰਦੇਓ, ਮਾਲਕ ਨੂੰ ਯਾਦ ਕਰਕੇ ਮਿਟ ਗਏ ਭੈ ਦੂਰੇ। ਡਰ ਵੀ ਖਤਮ ਹੋ ਜਾਣਗੇ, ਵਿਛੋੜੇ ਵੀ ਖਤਮ ਹੋ ਜਾਣਗੇ। ਦੂਰੀ ਪੈ ਜਾਣੀ, ਵਿਛੋੜਾ ਪੈ ਜਾਣਾ, ਵਿਛੜ ਜਾਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਸਿਮਰ ਕਰਕੇ, ਉਸ ਨੂੰ ਜਪ ਕਰਕੇ ਮਨ ਧੀਰਜ ਵਿੱਚ ਆਵੇਗਾ। ਉਸ ਨੂੰ ਸਿਮਰ ਕਰਕੇ ਸਾਡੇ ਵਿਛੋੜੇ ਖਤਮ ਹੋ ਜਾਣਗੇ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ। ਸਤਿਗੁਰ ਨੇ 4 ਵੱਡੇ ਦੁੱਖ ਦੱਸੇ, ਉਹਨਾਂ ਵਿੱਚੋਂ ਪਹਿਲੇ ਨੰਬਰ 'ਤੇ ਵਿਛੋੜਾ ਦੱਸਿਆ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਇੱਕ ਵਿਛੋੜੇ ਦਾ ਦੁੱਖ ਹੈ, ਅਤੇ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਓਨਾ ਚਿਰ ਵਿਛੋੜੇ ਦੀ ਕੋਈ ਦਵਾਈ ਨਹੀਂ। ਕਿਸੇ ਮਾਂ ਦਾ ਬੱਚਾ ਵਿਛੜ ਜਾਵੇ ਅਤੇ ਤੁਸੀਂ ਉਸ ਮਾਂ ਨੂੰ ਕੋਈ ਚੰਗੀਆਂ ਸੋਹਣੀਆਂ ਵਸਤੂਆਂ ਦੇ ਕੇ ਜਾਂ ਕੋਈ ਦਵਾਈ ਦੇ ਕੇ ਉਸ ਦਾ ਵਿਛੋੜੇ ਵਾਲਾ ਦਰਦ ਖਤਮ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਸਾਨੂੰ ਵੀ ਵਿਛੋੜਾ ਪਿਆ ਪਰਮੇਸ਼ਰ ਨਾਲੋਂ।
ਤੇ ਇਹ ਵਿਛੋੜੇ ਦਾ ਦੁੱਖ ਉਦੋਂ ਹੀ ਖਤਮ ਹੋਵੇਗਾ ਜਦੋਂ ਮਿਲਾਪ ਹੋਵੇਗਾ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਇਹ ਚੀਜ਼ ਆਪਣੇ ਜੀਵਨ 'ਚ ਹੰਢਾਈ ਆ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਆਪਣੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਭੇਜ ਦਿੱਤਾ ਔਰ ਨਾਲ ਜਾਂਦਿਆਂ ਜਾਂਦਿਆਂ ਹੁਕਮ ਕਰ ਦਿੱਤਾ ਕਿ ਪੁੱਤਰਾ, ਜਿੰਨਾ ਚਿਰ ਮੈਂ ਸੱਦਾ ਨਾ ਓਨਾ ਚਿਰ ਆਉਣਾ ਨਹੀਂ। ਪਹਿਲਾਂ ਵਿਆਹ ਅਟੈਂਡ ਕਰੋ, ਵਿਆਹ ਦੇ ਵਿੱਚ ਰਹੋ। ਜਦ ਵਿਆਹ ਨਿਬੜ ਜਾਵੇ ਤੇ ਫਿਰ ਉੱਥੇ ਆਪਣਾ ਜਿਹੜਾ ਘਰ ਹੈ ਨਾ, ਉੱਥੇ ਬੈਠ ਕੇ ਸਤਸੰਗ ਕਰਨੀ ਆ। ਚੂਨਾ ਮੰਡੀ ਲਾਹੌਰ ਦੇ ਵਿੱਚ 7 ਵਚਨ ਕਹਿ ਕੇ ਚਲੇ ਜਾਂਦੇ ਆ। ਉਹਨਾਂ ਦਿਨਾਂ ਵਿੱਚ ਵਿਆਹ ਲੰਬੇ ਚੱਲਦੇ ਸੀ, ਮਹੀਨਾ ਮਹੀਨਾ ਚੱਲੀ ਜਾਂਦੇ, 15-15 ਦਿਨ। ਕਹਿੰਦੇ ਚਲੇ ਗਏ ਵਿਆਹ ਦੇ ਵਿੱਚ, ਵਿਆਹ ਅਟੈਂਡ ਕੀਤਾ, ਵਿਆਹ ਦੀ ਸਮਾਪਤੀ ਹੋਈ, ਆਪਣੇ ਘਰ ਚੂਨਾ ਮੰਡੀ 'ਚ ਲਾਹੌਰ 'ਚ ਆ ਗਏ। ਉੱਥੇ ਸਤਸੰਗ ਹੋਣ ਲੱਗੀ। ਸੰਗਤਾਂ ਲਾਹੌਰ ਦੀਆਂ ਗੁਰੂ ਸਾਹਿਬ ਕੋਲੇ ਆਉਂਦੀਆਂ, ਗੱਲਾਂ ਬਾਤਾਂ ਕਰਦੀਆਂ, ਸੁਣਦੀਆਂ। ਹੁਣ ਗੁਰੂ ਪਿਆਰਿਓ ਵਿਛੋੜਾ ਫੀਲ ਹੋਣ ਲੱਗਿਆ ਵੀ ਮੈਨੂੰ ਬਾਪੂ ਨੇ ਸੱਦਿਆ ਨਹੀਂ, ਹਜੇ ਬੜਾ ਚਿਰ ਹੋ ਗਿਆ। ਫਿਰ ਚਿੱਠੀ ਪਾਉਂਦੇ ਆ, ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ ਮਾਲਕੋ ਕਦੋਂ ਮਿਲੋਗੇ। ਹੁਣ ਤਾਂ ਮੈਨੂੰ ਨੀਂਦ ਵੀ ਨਹੀਂ ਆਉਂਦੀ, ਮੈਂ ਮਿਲਣਾ ਚਾਹੁੰਦਾ ਹਾਂ। ਇਹ ਵਿਛੋੜੇ ਨੂੰ ਸਤਿਗੁਰਾਂ ਨੇ ਫੀਲ ਕੀਤਾ ਹੈ। ਪਹਿਲੀ ਚਿੱਠੀ ਪਾਈ, ਅੱਗੋਂ ਪ੍ਰਿਥੀ ਚੰਦ ਪ੍ਰਬੰਧਕ ਸੀਗਾ, ਉਹਨੇ ਲੈ ਲਈ, ਗੁਰੂ ਸਾਹਿਬ ਨੂੰ ਦਿੱਤੀ ਨਹੀਂ। ਫਿਰ ਉਡੀਕਿਆ ਮਹੀਨਾ, ਵੀ ਹੁਣ ਵੀ ਸੁਨੇਹਾ ਆਇਆ, ਹੁਣ ਵੀ ਆਇਆ। ਸੁਨੇਹਾ ਕੀ ਜਾਣਾ ਸੀਗਾ। ਮਹੀਨੇ ਬਾਅਦ ਦੂਜੀ ਚਿੱਠੀ, ਦੂਜਾ ਪਤਾ ਲਿਖਦੇ ਆ। ਤਾਂ ਦੂਜੇ ਪਤਾ ਲਿਖ ਕਰਕੇ ਦੂਜੀ ਚਿੱਠੀ ਲਿਖ ਕੇ ਫਿਰ ਭੇਜਦੇ ਆ। ਸਿੱਖ ਨੇ ਫਿਰ ਲਿਆ ਕੇ ਦੇਣੀ ਚਾਹੀ, ਪਰ ਅੱਗੋਂ ਫਿਰ ਪ੍ਰਿਥੀ ਚੰਦ ਮਿਲ ਗਿਆ, ਕਿਉਂਕਿ ਇਹ ਮੁੱਖ ਪ੍ਰਬੰਧਕ ਬਣਿਆ ਹੋਇਆ ਸੀ ਗੁਰੂ ਘਰ ਦਾ। ਪੁੱਛਿਆ ਕਿੱਥੋਂ ਆਇਆ ਭਾਈ? ਕਹਿੰਦਾ ਜੀ ਲਾਹੌਰ ਤੋਂ। ਅੱਛਾ ਅੱਛਾ, ਕਿਵੇਂ ਆਏ ਸੀ? ਆਹ ਜੀ ਚਿੱਠੀ ਦੇਣੀ ਸੀ ਗੁਰੂ ਸਾਹਿਬ ਨੂੰ। ਦਿਖਾ ਤਾਂ ਕਿਹਨੇ ਭੇਜੀ ਆ? ਤੁਹਾਡੇ ਛੋਟੇ ਭਾਈ ਨੇ। ਅੱਛਾ। ਜਦੋਂ ਚਿੱਠੀ ਤੋਂ ਸ਼ਬਦ ਪੜ੍ਹਿਆ ਤੇ ਪ੍ਰਿਥੀ ਚੰਦ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ। ਇਹ ਤਾਂ ਬੜੇ ਸੋਹਣੇ ਸ਼ਬਦ ਲਿਖਦਾ, ਕਿਤੇ ਗੁਰੂ ਸਾਹਿਬ ਪਿਤਾ ਜੀ ਇਸ ਨੂੰ ਗੱਦੀ ਨਾ ਦੇ ਦੇਣ। ਉਹ ਚਿੱਠੀ ਵੀ ਜੇਬ 'ਚ ਪਾ ਲਈ। ਮਹੀਨਾ ਫਿਰ ਉਡੀਕਿਆ, ਨਾ ਕੋਈ ਪਹੁੰਚਿਆ, ਨਾ ਸੁਨੇਹਾ ਪਹੁੰਚਿਆ। ਤਾਂ ਤੀਜੀ ਚਿੱਠੀ ਲਿਖਦੇ ਹਨ। ਤੀਜੀ ਚਿੱਠੀ ਦੇਣ ਵੇਲੇ ਸਿੱਖ ਨੂੰ ਕਹਿੰਦੇ ਆ, ਤੂੰ ਪ੍ਰਿਥੀ ਚੰਦ ਨੂੰ ਨਾ ਫੜਾ ਕੇ ਆਈ, ਲੱਗਦਾ ਉਹ ਚਿੱਠੀ ਦਿੰਦਾ ਨਹੀਂ। ਮੇਰੇ ਪਿਤਾ ਬੜੇ ਕੋਮਲ ਹੈ, ਨਹੀਂ ਤਾਂ ਹੁਣ ਨੂੰ ਬੁਲਾ ਲੈਂਦੇ। ਤੂੰ ਆਸੇ ਪਾਸੇ ਰਹੀ, ਜਦੋਂ ਦੀਵਾਨ ਸਜ ਗਿਆ ਦੀਵਾਨ ਵਿੱਚ ਬੈਠਿਆਂ ਕੋਲੇ ਜਾਈ। ਤੋ ਸਿੱਖ ਆਇਆ, ਅੰਮ੍ਰਿਤਸਰ ਪਹੁੰਚਿਆ, ਆਸੇ ਪਾਸੇ ਰਿਹਾ, ਰਾਤ ਕੱਟੀ ਕਿਧਰੇ। ਦੂਜੇ ਦਿਨ ਤੜਕੇ ਜੋ ਦੀਵਾਨ ਸਜਿਆ, ਦੀਵਾਨ ਵਿੱਚ ਫਿਰ ਪਹੁੰਚਿਆ ਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਨਮਸਕਾਰ ਕਰਕੇ ਮੱਥਾ ਟੇਕਿਆ ਤੇ ਚਿੱਠੀ ਉਹਨਾਂ ਦੇ ਹੱਥ 'ਚ ਫੜਾਈ। ਜਿਸ ਵੇਲੇ ਗੁਰੂ ਸਾਹਿਬ ਨੇ ਚਿੱਠੀ ਖੋਲ੍ਹ ਕੇ ਦੇਖੀ, ਵਿੱਚੋਂ ਬਹਿਬਲਤਾ ਦਾ, ਵਿਰਾਗ ਦਾ ਪਤਾ ਲੱਗਿਆ ਤੇ ਉੱਤੇ ਨੰਬਰ 3 ਪਾਇਆ ਹੋਇਆ ਚਿੱਠੀ ਦੇ। ਸਿੱਖ ਨੂੰ ਪੁੱਛਦੇ ਆ, ਤੀਆ ਕਿਉਂ ਪਾਇਆ ਉੱਤੇ? ਕੋਈ 2 ਚਿੱਠੀਆਂ ਹੋਰ ਵੀ ਭੇਜੀਆਂ? ਕਹਿੰਦੇ ਹਾਂ ਜੀ, ਪਹਿਲਾਂ ਵੀ ਦੇ ਗਿਆ ਸੀਗਾ, ਉਹ ਪ੍ਰਿਥੀ ਚੰਦ ਦਿੱਤੀਆਂ ਸੀ ਤੇ ਪਤਾ ਨਹੀਂ ਕਿੱਥੇ ਉਹ ਤਾਂ। ਅੱਛਾ। ਉਸੇ ਵੇਲੇ ਬਾਬਾ ਬੁੱਢਾ ਜੀ ਹੋਰਾਂ ਨੂੰ ਸੱਦਿਆ ਗੁਰੂ ਪਾਤਸ਼ਾਹ ਜੀ ਨੇ। ਕਹਿੰਦੇ ਜਾਓ, ਗੱਡਾ ਲੈ ਜਾਓ, ਰੱਥ ਲੈ ਜਾਓ ਤੇ ਅਰਜਨ ਦੇਵ ਨੂੰ ਲੈ ਕੇ ਆਓ ਲਾਹੌਰ ਤੋਂ ਚੜ੍ਹਾ ਕੇ। ਉਹ ਤਾਂ ਬੜਾ ਵਿਆਕੁਲ ਹੋਇਆ ਬੈਠਾ। ਤੇ ਬਾਬਾ ਬੁੱਢਾ ਜੀ ਹੋਰੇ ਸਿਆਣੇ ਸਿੱਖ ਗਏ। ਸਤਿਗੁਰਾਂ ਦੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਲੈ ਆਏ ਨਾਲ। ਸਜੇ ਦੀਵਾਨ ਵਿੱਚ ਗੁਰੂ ਪਿਤਾ ਦੇ ਕੋਲੇ ਗੁਰੂ ਪਾਤਸ਼ਾਹ ਆ ਕੇ ਬੈਠ ਗਏ, ਛੋਟੇ ਪੁੱਤਰ ਉਹਨਾਂ ਦੇ। ਫਿਰ ਗੱਲਬਾਤ ਚੱਲੀ, ਪੁੱਤਰ ਆ ਚਿੱਠੀ ਤੂੰ ਲਿਖੀ ਆ, ਦੂਜੀਆਂ 2 ਚਿੱਠੀਆਂ ਕਿੱਥੇ ਆ? ਕਹਿੰਦੇ ਜੀ ਪਤਾ ਨਹੀਂ, ਸਿੱਖ ਲਿਆਇਆ ਸੀ, ਪ੍ਰਿਥੀ ਚੰਦ ਨੂੰ ਫੜਾ ਗਿਆ ਸੀਗਾ, ਮੈਨੂੰ ਤਾਂ ਪਤਾ ਨਹੀਂ।
ਤੇ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਨੇ ਕਿਹਾ ਸਿੱਖਾਂ ਨੂੰ, ਜਾਓ, ਕਹਿੰਦੇ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਓ। ਘਰੇ ਬੁਲਾਉਣ ਵਾਸਤੇ ਗਏ ਤੇ ਘਰੋਂ ਬੀਬੀ ਕਰਮੋ ਕਹਿੰਦੀ ਜੀ ਉਹ ਤਾਂ ਨਹਾਉਣ ਗਿਆ ਟਿਊਬਵੈੱਲ 'ਤੇ, ਮੋਟਰ 'ਤੇ। ਉਧਰ ਬੁਲਾਉਣ ਵਾਸਤੇ ਗਏ, ਭਾਈ ਤੈਨੂੰ ਪਿਤਾ ਨੇ ਬੁਲਾਇਆ ਦਰਬਾਰ 'ਚ ਆ। ਉਹ ਕਹਿੰਦਾ ਆਉਣਾ, ਨਹਾ ਧੋ ਕੇ ਕੱਪੜੇ ਪਾ ਕੇ ਨਵੇਂ ਆ ਗਿਆ। ਜਾਂ ਸਾਹਮਣੇ ਆਇਆ ਤੇ ਪਿਤਾ ਦੇ ਕੋਲ ਛੋਟੇ ਪੁੱਤਰ ਨੂੰ ਬੈਠੇ ਵੇਖਿਆ, ਛੋਟੇ ਭਾਈ ਨੂੰ ਵੇਖਿਆ ਤੇ ਮੱਥਾ ਠਣਕਿਆ ਵੀ ਇਹ ਕਿੱਧਰੋਂ ਆ ਗਿਆ, ਇਹਨੂੰ ਕੌਣ ਲਿਆਇਆ। ਮੈਂ ਤਾਂ ਕੋਸ਼ਿਸ਼ ਕੀਤੀ ਸੀ, ਚਿੱਠੀਆਂ 2 ਲੁਕੋ ਕੇ ਰੱਖੀਆਂ ਹੋਈਆਂ, ਫੜਾਈਆਂ ਨਹੀਂ, ਇਹਨੂੰ ਕਿਹਨੇ ਦੱਸਤਾ। ਚਲੋ ਗੁਰੂ ਪਾਤਸ਼ਾਹ ਕਹਿੰਦੇ ਪ੍ਰਿਥੀ ਚੰਦ ਤੇਰੇ ਕੋਲ 2 ਚਿੱਠੀਆਂ ਹੈ ਅਰਜਨ ਦੇਵ ਦੀਆਂ, ਕਿੱਥੇ ਨੇ? ਕਹਿੰਦਾ ਮੇਰੇ ਕੋਲ ਕਿਹੜੀਆਂ ਚਿੱਠੀਆਂ, ਮੇਰੇ ਕੋਲ ਕੋਈ ਚਿੱਠੀਆਂ ਨਹੀਂ। ਕਹਿੰਦੇ ਪੁੱਤਰ 2 ਚਿੱਠੀਆਂ ਨੇ, ਉਹਨਾਂ 2 ਸ਼ਬਦ ਲਿਖੇ ਆ, ਮੈਂ ਦੇਖਣਿਆ ਕੀ ਲਿਖਿਆ, ਤੂੰ ਦੇ ਦੇ। ਕਹਿੰਦਾ ਉਹ ਕੋਈ ਚੈੱਕ ਸੀ, ਅੱਜ ਕੱਲ੍ਹ ਚੈੱਕ ਕਹਿੰਦੇ ਆ ਨਾ, ਪਹਿਲਾਂ ਹੁੰਡੀ ਕਹਿੰਦੇ ਸੀਗੇ, ਹੁੰਡੀ ਵੀ ਇਸੇ ਤਰ੍ਹਾਂ ਹੁੰਦੀ ਸੀਗੀ। ਇੱਥੋਂ ਕਿ ਸਰਾਫ ਨੇ ਲਿਖ ਕੇ ਫੜਾਤੀ, ਦਿੱਲੀੋਂ ਜਾ ਕੇ ਉਸ ਦੂਜੇ ਸਰਾਫ ਤੋਂ ਪੈਸੇ ਲੈ ਲਏ, ਜਿਵੇਂ ਅੱਜ ਕੱਲ੍ਹ ਮਨੀਗ੍ਰਾਮ ਹੁੰਦਾ ਸ਼ਬਦ ਪੈਸਿਆਂ ਲੈਣ ਦੇਣ ਦਾ। ਪ੍ਰਿਥੀ ਚੰਦ ਕਹਿੰਦਾ ਉਹ ਕੋਈ ਹੁੰਡੀ ਸੀ, ਚੈੱਕ ਸੀ ਜਿਹੜਾ ਮੈਂ ਪਾਸ ਕਰਾ ਲੈਂਦਾ। ਗਰਮ ਹੋ ਗਿਆ। ਗੁਰੂ ਪਾਤਸ਼ਾਹ ਬੋਝ ਕੇ ਕੋਲੇ ਬੈਠੇ ਸਿੱਖ ਨੂੰ ਕਹਿੰਦੇ ਵੀ ਇਹਨਾਂ ਦੇ ਘਰੇ ਜਾ, ਕਰਮੋਂ ਨੂੰ ਕਹਿ ਵੀ ਜਿਹੜਾ ਕੱਲ੍ਹ ਕੁੜਤਾ ਲਾਹਿਆ ਨਾ ਕੱਲ੍ਹ ਵਾਲਾ ਉਹ ਦੇ ਦੇ, ਕਿਉਂ ਕਾਗਜ਼ ਹਜੇ ਪੁਰਾਣੇ ਕੁੜਤੇ ਵਿੱਚ ਹੀ ਹੁੰਦੇ ਆ, ਨਹਾਉਣ ਤੋਂ ਬਾਅਦ ਕੱਢ ਕੇ ਬਟੂਆ ਨਵੇਂ ਕੱਪੜੇ 'ਚ ਪਾਉਣੇ ਆਪਾਂ। ਤੋ ਸਿੱਖ ਬੋਝ ਕੇ ਘਰੇ ਗਿਆ, ਕਰਮ ਨੇ ਚੱਕ ਕੇ ਕੁੜਤਾ ਫੜਾਤਾ, ਕੁੜਤਾ ਲਿਆ ਕੇ ਪਾਤਸ਼ਾਹ ਕੋਲੇ ਧਰਤਾ, ਕਹਿੰਦੇ ਲਓ ਜੀ। ਪ੍ਰਿਥੀ ਨੂੰ ਫਿਰ 1-2 ਵਾਰੀ ਪੁੱਛਿਆ, ਨਾ ਮੰਨਿਆ, ਤੇ ਪਾਤਸ਼ਾਹ ਚੱਕ ਕੇ ਕੁੜਤਾ ਕਹਿੰਦੇ ਵੀ ਆਹ ਚੋਲਾ ਤੇਰਾ ਹੀ ਆ। ਕਹਿੰਦਾ ਮੇਰਾ ਹੀ ਆ, ਇਹ ਤੁਹਾਡੇ ਕੋਲੇ ਕਿਵੇਂ ਆ ਗਿਆ? ਕਹਿੰਦੇ ਆ ਗਿਆ, ਆ ਦੇਖ ਇਹਦੇ ਚੋਲੇ ਵਿੱਚ ਭਲਾ ਪਈ ਹੋਵੇ। ਕਹਿੰਦੇ ਪਾਈ ਹੋਊ ਤਾਂ ਪਈ ਹੋਊ, ਨਾ ਕੱਢੀ ਉਹਨੇ ਹੱਥ ਨਾਲ। ਪਾਤਸ਼ਾਹ ਨੇ ਫਿਰ ਖੀਸੇ ਵਿੱਚੋਂ ਕਾਗਜ਼ ਪੱਤਰ ਸਾਰੇ ਕੱਢੇ, ਬਟੂਆ ਵਗੈਰਾ ਜੋ ਵੀ ਹੁੰਦਾ ਸੀ ਉਹ ਬਾਹਰ ਕੱਢਿਆ, ਤੇ ਵਿੱਚੋਂ 2 ਚਿੱਠੀਆਂ ਨਿਕਲ ਆਈਆਂ। ਕੋਈ ਸਤਨਾਮ ਸੀ। ਕਹਿੰਦੇ ਆਹ ਕਿੱਥੋਂ ਆ ਗਈਆਂ? ਕਹਿੰਦੇ ਤੁਸੀਂ ਪਾਤੀਆਂ ਹੋਣੀਆਂ, ਕਿਉਂ ਝੂਠਾ, ਫਿਰ ਜਦੋਂ ਬੰਦਾ ਝੂਠਾ ਪੈਂਦਾ ਫਿਰ ਬੜਾ ਗਰਮ ਬੋਲਦਾ। ਕਹਿੰਦੇ ਤੁਸੀਂ ਮੈਨੂੰ ਬਦਨਾਮ ਕਰ ਦਿਓ ਜਾਣ ਕੇ, ਮੈਂ ਨਹੀਂ ਲੁਕੋਈਆਂ। ਗੁਰੂ ਪਾਤਸ਼ਾਹ ਨੇ 3 ਚਿੱਠੀਆਂ ਮਿਲਾਈਆਂ। 3 ਚਿੱਠੀਆਂ ਮਿਲਾਉਣ ਤੋਂ ਬਾਅਦ ਪਾਤਸ਼ਾਹ ਕਹਿੰਦੇ ਲੈ ਬਾਬਾ ਬੁੱਢਾ ਜੀ, ਮੈਂ ਹੁਣੇ ਹੀ ਗੁਰਤਾ ਗੱਦੀ ਦਾ ਐਲਾਨ ਕਰਦਾ, ਮੇਰਾ ਸਮਾਂ ਸਮਾਪਤ ਹੈ, ਮੇਰਾ ਸਮਾਂ ਨੇੜੇ ਆ, ਮੈਂ ਗੱਦੀ ਦੇਣੀ ਚਾਹੁੰਦਾ। ਇਹ 3 ਸ਼ਬਦ ਲਿਖੇ ਗਏ ਵਿਛੋੜੇ ਦੇ, ਇਹਨਾਂ ਦਾ 4ਥਾ ਸ਼ਬਦ ਲਿਖਿਆ ਜਾਵੇ। ਜਿਹਨੇ 4ਥਾ ਸ਼ਬਦ ਲਿਖਤਾ ਮੈਂ ਗੱਦੀ ਉਹਨੂੰ ਦੇ ਦੂੰਗਾ। ਕੋਈ ਸਤਨਾਮ ਸੀ। ਤੇ ਪਹਿਲਾ ਟਾਈਮ ਦਿੰਦੇ ਆ ਪ੍ਰਿਥੀ ਚੰਦ ਨੂੰ। ਲੈ ਪ੍ਰਿਥੀ ਚੰਦ 4ਥਾ ਸ਼ਬਦ ਉਚਾਰਨ ਕਰ ਇਹਦੇ ਨਾਲ ਦਾ। ਪਰ ਜਿੱਥੇ ਗੁਰੂ ਪਿਆਰੋ ਹੰਕਾਰ ਹੈ, ਈਰਖਾ ਹੈ, ਉੱਥੇ ਬਾਣੀ ਨਹੀਂ ਕੰਮ ਕਰਦੀ, ਉੱਥੇ ਬਾਣੀ ਨਹੀਂ ਚੱਲਦੀ। ਜਦੋਂ ਨਾ ਕੋਈ ਸ਼ਬਦ ਔੜਿਆ ਤੇ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਪੁੱਤਰ ਤੂੰ ਦੱਸ ਫਿਰ। ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਕੀ ਕਿਹਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਮਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨ ਵਿਛੜਾ, ਜਾਂ ਨਾਨਕ ਦਾਸ ਤੁਮਹਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਾਂ ਨਾਨਕ ਦਾਸ ਤੁਮਹਾਰੇ ਜੀਓ। ਵਿਛੋੜਾ ਖਤਮ ਹੋ ਗਿਆ ਨਾ। ਜਿੰਨਾ ਚਿਰ ਮਿਲਾਪ ਨਹੀਂ ਹੋਇਆ, ਜਿੰਨਾ ਮਰਜ਼ੀ ਕੋਈ ਕਿਸੇ ਨੂੰ ਸਮਝਾਈ ਜਾਵੇ, ਧੀਰਜ ਦੇਈ ਜਾਵੇ, ਜਮਾਂ ਨਹੀਂ ਦੁੱਖ ਦੂਰ ਹੁੰਦਾ। ਕਿਸੇ ਮਾਂ ਤੋਂ ਵਿਛੜਿਆ ਬੱਚਾ, ਕਿਸੇ ਇਸਤਰੀ ਦਾ ਵਿਛੜਿਆ ਪਤੀ, ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਦੁੱਖ ਦੂਰ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਅੱਜ ਗੁਰੂ ਅਰਜਨ ਦੇਵ ਜੀ ਦੇ 3 ਸ਼ਬਦ ਜਿਹੜੇ ਬੜੇ ਵਿਛੋੜੇ ਵਾਲੇ ਭਰੇ ਲਿਖੇ ਸੀ, ਦਰਦ ਵਾਲੇ ਭਰੇ ਲਿਖੇ ਸੀ, 4ਥਾ ਸ਼ਬਦ ਜਿਹੜਾ ਵਿਛੋੜੇ ਦੇ ਖਾਤਮੇ ਦਾ ਦੱਸਦੇ ਆ ਕਿ ਅੱਜ ਵੱਡੇ ਭਾਗ ਹੋਏ। ਗੁਰੂਆਂ ਦੇ ਨਾਲ ਦੁਬਾਰਾ ਸੰਤਾਂ ਨੇ ਮਿਲਾ ਦਿੱਤਾ। ਸੰਤ ਕੌਣ ਹੈ ਇੱਥੇ? ਬਾਬਾ ਬੁੱਢਾ ਜੀ ਜੋ ਉਹਨਾਂ ਲੈ ਕੇ ਆਏ ਨਾ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਘਰੇ ਹੀ ਰੱਬ ਮਿਲ ਗਿਆ ਮੈਨੂੰ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਪਿਤਾ ਹੀ ਰੱਬ ਹੈ ਮੇਰਾ।
ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਹਾਰੇ ਜੀਓ। ਹੁਣ ਤਾਂ ਐਂ ਲੱਗਦਾ ਵਿਛੋੜਾ ਹੀ ਨਹੀਂ ਪਿਆ ਕਦੇ। ਜਦੋਂ ਵਿਛੋੜਾ ਖਤਮ ਹੋ ਜਾਵੇ ਫਿਰ ਵਿਛੋੜੇ ਦਾ ਦਰਦ ਵੀ ਖਤਮ ਹੋ ਜਾਂਦਾ, ਫਿਰ ਵਿਛੋੜੇ ਦੀ ਫੀਲਿੰਗ ਵੀ ਖਤਮ ਹੋ ਜਾਂਦੀ ਆ। ਇਸ ਕਰਕੇ ਸਿਮਰ ਸਿਮਰ ਗੁਰਦੇਓ, ਮਿਟ ਗਏ ਭੈ ਦੂਰੇ। ਸਿੱਖਾ ਜਦੋਂ ਮਾਲਕ ਨੂੰ ਸਿਮਰੇਗਾ ਸਾਰੇ ਡਰ ਅਤੇ ਵਿਛੋੜੇ ਖਤਮ ਹੋ ਜਾਣਗੇ। ਫਿਰ ਗੱਦੀ ਚੌਥੇ ਪਾਤਸ਼ਾਹ ਜੀ ਨੇ ਪੰਜਵੇਂ ਸਤਿਗੁਰੂ ਦੇ ਦਿੱਤੀ। ਭਾਵੇਂ ਪ੍ਰਿਥੀ ਚੰਦ ਬੜਾ ਦੁਖੀ ਹੋਇਆ, ਕਿਉਂਕਿ ਗੁਰਤਾ ਗੱਦੀ ਅੱਗੇ ਚਲਾਉਣੀ ਸੀ, ਇਹ ਬੰਦ ਥੋੜ੍ਹਾ ਕਰਨੀ ਸੀ। ਅਤੇ ਪ੍ਰਿਥੀ ਵਰਗੇ ਲਾਲਚੀ ਬੰਦੇ ਤਾਂ ਮਾਇਆਧਾਰੀ ਸਨ, ਉਹ ਤਾਂ ਗੋਲਕਾਂ ਨੂੰ ਕੁੰਡੀਆਂ ਲਾ ਲਾ ਕੇ ਆਪਣੇ ਘਰੇ ਇਕੱਠਾ ਕਰਦੇ ਜਾ ਰਹੇ ਸੀ। ਇਸ ਕਰਕੇ ਗੁਰੂ ਸਾਹਿਬ ਨੇ ਗੱਦੀ ਅੱਗੇ ਪਰਖ ਕੇ ਦਿੱਤੀ ਆ ਪੰਜਵੇਂ ਪਾਤਸ਼ਾਹ ਨੂੰ, ਕਿਉਂਕਿ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਪਰਖਿਆ ਗਿਆ। 10ਵੇਂ ਜਾਮੇ ਨੇ ਵੱਡੀ ਬੜੀ ਪਰਖ ਪਾਈ। ਨੰਗੀ ਤਲਵਾਰ ਕੱਢ ਕੇ ਕਹਿੰਦੇ ਇੱਕ ਸਿਰ ਚਾਹੀਦਾ। ਫਿਰ 80,000 ਦੇ ਇਕੱਠ 'ਚੋਂ 5 ਸਿੰਘ ਉੱਠੇ, 5 ਸਿੱਖ ਉੱਠੇ ਅਤੇ 5 ਨੇ ਸੀਸ ਭੇਟ ਕੀਤੇ। ਤਾਂ ਉਹ ਮਾਨੋ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਇੱਕ ਪੰਚਾਇਤ ਬਣਾ ਦਿੱਤੀ। ਕਹੋ ਸਤਿਨਾਮ ਸੀ 5 ਦੀ, 5 ਪਿਆਰਿਆਂ ਦੀ। ਖੈਰ ਅੱਗੇ ਚੱਲੀਏ। ਹਰ ਜਪ ਜਪੇ ਮਨ ਧੀਰੇ, ਰਹਾਓ ਸਿਮਰ ਸਿਮਰ ਗੁਰਦੇਓ, ਮਿਟ ਗਏ ਭੈ ਦੂਰੇ। ਸ਼ਰਨ ਆਵੈ ਪਾਰ ਬ੍ਰਹਮ ਕੀ, ਜੇ ਤੂੰ ਮਾਲਕ ਦੀ ਸ਼ਰਨ ਵਿੱਚ ਆ ਜਾਵੇਂ ਤਾਂ ਫਿਰ ਕਾਹੇ ਝੂਰੇ। ਫਿਰ ਤੈਨੂੰ ਝੂਰਨ ਦੀ ਲੋੜ ਨਹੀਂ, ਦੁਖੀ ਹੋਣ ਦੀ ਲੋੜ ਨਹੀਂ। ਸਾਰੇ ਕਾਰਜ ਮਾਲਕ ਨੇ ਆਪ ਕਰਨੇ ਆ। ਚਰਨ ਸੇਵ ਸੰਤ ਸਾਧ ਕੇ, ਆਓ ਪਰਮੇਸ਼ਰ ਦੇ ਪਿਆਰਿਆਂ ਦੇ ਚਰਨੀ ਲੱਗੀਏ। ਸੰਤ ਸਾਧ ਕੇ, ਸਾਧਨਾ ਕਰਨ ਵਾਲੇ, ਪਰਮੇਸ਼ਰ ਨਾਲ ਜੁੜਿਆ ਹੋਇਆਂ ਦੀ ਗੱਲ ਹੈ। ਕਿਹੋ ਜਿਹੇ ਸੰਤ, ਜੱਜਮੈਂਟ ਦੱਸੋ ਮਹਾਰਾਜ ਕੋਈ ਕਿਹੋ ਜਿਹੇ ਹੁੰਦੇ ਆ? ਤੇ ਪਾਤਸ਼ਾਹ ਜੱਜਮੈਂਟ ਦੱਸੀ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਖੇਤਾਂ ਵਿੱਚ ਹਲ ਵਾਹੁਣ ਵਾਲਾ ਵੀ ਹੋ ਸਕਦਾ ਹੈਗਾ, ਬਾਣੇ ਨਾਲ ਨਹੀਂ ਦੇਖਣਾ ਗਾ, ਜੀਵਨ 'ਚੋਂ ਵੇਖਿਆ ਜਾਂਦਾ ਸੰਤ ਨੂੰ। ਕਹੋ ਸਤਿਨਾਮ। ਗੁਰਮੁਖਾਂ ਨੂੰ ਕਿਰਤ ਕਰੇ, ਨਾਮ ਜਪੇ, ਵੰਡ ਛਕੇ, ਉਹ ਸੰਤ ਹੈ। ਤਾਂ ਇਸ ਕਰਕੇ ਆਓ ਐਸੇ ਗੁਰਮੁਖਾਂ ਦੀ ਸੰਗਤ ਕਰੀਏ, ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਚਰਨ ਸੇਵ ਸੰਤ ਸਾਧ ਕੇ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼, ਸਗਲ ਮਨੋਰਥ ਪੂਰੇ। ਇਸ ਤਰ੍ਹਾਂ ਜੇ ਅਸੀਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਾਂਗੇ, ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਰੋਜ਼ ਕਹਿੰਦੇ ਆ, ਤਾਂ ਸਾਰੇ ਕਾਰਜ ਪੂਰੇ ਹੋ ਸਕਦੇ ਨੇ। ਘਟ ਘਟ ਏਕੋ ਵਰਤਦਾ, ਜਲ ਥਲ ਮਹੀਅਲ ਪੂਰੇ। ਆਓ ਉੱਥੋਂ ਹੀ ਪਤਾ ਲੱਗਦਾ ਕਿ ਸਾਰਿਆਂ ਵਿੱਚ ਇੱਕ ਪਰਮੇਸ਼ਰ ਵਸਦਾ। ਕਦੋਂ? 8 ਧਾਤਾਂ ਹਨ, ਲੋਹਾ, ਚਾਂਦੀ, ਪਿੱਤਲ, ਤਾਂਬਾ, ਅਬਰਕ ਆਦਿ। ਇਸ ਤਰ੍ਹਾਂ ਦੀਆਂ 8 ਧਾਤਾਂ ਹਨ। ਜਦੋਂ ਇਹ 8 ਧਾਤਾਂ ਹੀ ਪਾਰਸ ਦੀ ਵੱਟੀ ਨਾਲ ਛੋਹ ਜਾਣ ਤਾਂ ਇਹਨਾਂ ਸਾਰੀਆਂ ਦੇ ਵਿੱਚੋਂ ਸਿਉਣਾ ਦਿਖਾਈ ਦਿੰਦਾ। ਕੋ ਸਤਿਨਾਮ। ਪਾਰਸ ਵੱਟੀ ਦਾ ਸੁਭਾਅ ਹੈ ਕਿ ਜਿਹੜਾ ਇਹਦੇ ਨਾਲ ਜੁੜ ਜਾਵੇ ਉਹਨੂੰ ਸੋਨਾ ਬਣਾ ਦਿੰਦੀ ਹੈ, ਅਤੇ ਰੱਬ ਦੇ ਪਿਆਰਿਆਂ ਦਾ ਸੁਭਾਅ ਹੈ ਜਿਹੜਾ ਉਹਨਾਂ ਨਾਲ ਲੱਗ ਜਾਵੇ ਉਹਨਾਂ ਨੂੰ ਸੰਤ ਬਣਾ ਦਿੰਦੇ ਆ। ਜਿਵੇਂ ਭਾਈ ਬਿਧੀ ਚੰਦ ਮੱਝਾਂ ਦੀ ਚੋਰੀ ਕਰਕੇ ਲਿਆਇਆ, ਜਦੋਂ ਕਿ ਇਹ ਸੂਰਮਾ ਯੋਧਾ ਇੱਧਰ ਨਹੀਂ ਸੀ ਆਇਆ ਗੁਰੂ ਨਾਨਕ ਦੇ ਚਰਨਾਂ 'ਚ, ਉਦੋਂ ਪਹਿਲਾਂ ਘਰ ਵਾਲੇ ਜਾਗ ਪਏ, ਪਿੱਛੇ ਪੈ ਗਏ ਲੋਕ, ਭੱਜੇ। ਇਹਨੇ ਭਜਾਈਆਂ ਮੱਝਾਂ, ਭੱਜਿਆ। ਮੱਝਾਂ ਤਾਂ ਛੱਪੜ ਕੰਨੀ ਕਰਤੀਆਂ, ਅਤੇ ਨਾਲ ਹੀ ਇੱਕ ਮਹਾਂਪੁਰਸ਼ ਰਹਿੰਦੇ ਆ ਡੇਰੇ ਵਿੱਚ, ਉਹਨਾਂ ਦੇ ਕੋਲ ਜਾ ਪਹੁੰਚਿਆ। ਕਹਿੰਦਾ ਬਚਾਓ ਮਹਾਰਾਜ, ਬਚਾਓ। ਕਹਿੰਦੇ ਕੀ ਹੋ ਗਿਆ? ਕਹਿੰਦਾ ਜੀ ਮੈਂ ਚੋਰ ਹਾਂ, ਮੇਰੇ ਮਗਰ ਲੋਕ ਲੱਗੇ ਆ, ਕੁੱਟ ਕੇ ਮਾਰ ਦੇਣਗੇ। ਅੱਛਾ, ਤੂੰ ਐਂ ਕਰ, ਕੰਬਲੀ ਪਈ ਹੈ ਇੱਕ ਲੈ ਕੇ, ਤੂੰ ਮੇਰੇ ਕੋਲ ਬਹਿ ਜਾ। ਕਹੋ ਸਤਿਨਾਮ ਸੀ। ਅੰਮ੍ਰਿਤ ਵੇਲੇ ਤੜਕੇ 4 ਵਜੇ ਉਹ ਸਿਮਰਨ ਕਰ ਰਿਹਾ ਸੀਗਾ, ਅਤੇ ਭਾਈ ਬਿਧੀ ਚੰਦ ਜੀ ਉੱਥੇ ਕੋਲੇ ਪਿਆ, ਕੰਬਲ ਲੈ ਕੇ, ਬੁੱਕਲ ਮਾਰ ਕੇ, ਕੋਲੇ ਚੌਂਕੜਾ ਮਾਰ ਕੇ ਬਹਿ ਗਏ। ਇਤਨੇ ਪਿੰਡ ਵਾਲੇ ਪਹੁੰਚ ਗਏ, ਪੈਰ ਦੱਬਦੇ, ਬਾਬਾ ਇੱਥੇ ਇੱਕ ਚੋਰ ਆਇਆ।
ਉਹ ਮਹਾਂਪੁਰਸ਼ ਪਿੰਡ ਵਿੱਚ ਬੜੇ ਮੰਨੇ ਪਰਮੰਨੇ ਸੀਗੇ। ਉਹ ਕਹਿਣ ਲੱਗੇ ਦੇਖ ਲਓ ਭਾਈ ਅਸੀਂ 2 ਜਣੇ ਬੈਠੇ ਆ, ਚੋਰ ਹੈ ਕਿ ਸਾਧ ਹੈ? ਨਹੀਂ ਨਹੀਂ ਮਹਾਰਾਜ ਤੁਸੀਂ ਥੋੜ੍ਹਾ ਹੀ ਚੋਰ ਹੋ ਸਕਦੇ, ਤੁਸੀਂ ਤਾਂ ਸਾਧ ਹੋ ਮਹਾਰਾਜ। ਕੀ ਹੋ ਗਿਆ? ਸਾਡੀਆਂ ਮੱਝਾਂ ਚੋਰੀ ਹੋ ਗਈਆਂ ਸੀ ਜੀ, ਚੋਰ ਭਜਾ ਕੇ ਲਿਆਇਆ। ਤੇ ਉਹ ਸਾਧੂ ਨੂੰ ਦੱਸਤਾ ਸੀਗਾ ਬਿਧੀ ਚੰਦ ਨੇ ਕਿ ਮੱਝਾਂ ਦੇ ਛੱਪੜ 'ਚ ਵੜ ਗਈਆਂ। ਉਹ ਕਹਿਣ ਲੱਗੇ ਮੱਝਾਂ ਇੱਥੇ ਵੇਖ ਲਓ, ਕਿਤੇ ਛੱਪੜ 'ਚ ਹੋਣੀਆਂ। ਛੱਪੜ 'ਚ ਵੇਖਣ ਗਏ, ਉਹਨਾਂ ਦੀਆਂ ਮੱਝਾਂ ਦਾ ਰੰਗ ਬਦਲਿਆ ਪਿਆ। ਜਿਹੜੀਆਂ ਕਾਲੀਆਂ ਸੀ, ਜਿਹੜੀਆਂ ਭੂਰੀਆਂ ਸੀ, ਉਹ ਕਾਲੀਆਂ ਦਿਖਾਈ ਦੇਣ। ਕਹਿੰਦੇ ਉਹ ਤਾਂ ਸਾਡੀਆਂ ਨਹੀਂ ਹੈਗੀਆਂ, ਸਾਡੀਆਂ ਤਾਂ ਭੂਰੀਆਂ ਸੀਗੀਆਂ। ਕਹਿੰਦੇ ਲੈ ਜਾਓ ਤੁਹਾਡੀਆਂ ਹੀ ਹੋਣੀਆਂ। ਅਤੇ ਉਹ ਮੱਝਾਂ ਕੱਢ ਕੇ ਲੈ ਆਪਦੀਆਂ। ਮੁੜ ਕੇ ਦਿਨ ਚੜ੍ਹ ਗਿਆ ਅਤੇ ਬਿਧੀ ਚੰਦ ਸਾਧੂਆਂ ਦੇ, ਉਹਨਾਂ ਗੁਰਮੁਖਾਂ ਦੇ ਪੈਰੀ ਪਈ ਜਾਵੇ। ਕਹਿੰਦੇ ਮਹਾਰਾਜ ਬੜੀ ਜਾਨ ਬਚਾਈ, ਅੱਜ ਤਾਂ ਕੁੱਟ ਕੇ ਮਾਰ ਦਿੰਦੇ। ਅਤੇ ਗੁਰੂ ਪਾਤਸ਼ਾਹ ਜੀ ਦਾ ਸਿੱਖ ਉਹ ਕਹਿਣ ਲੱਗਿਆ, ਮਹਾਂਪੁਰਸ਼ ਕਹਿੰਦਾ ਇਹ ਜਾਨ ਤੇਰੀ ਗੁਰੂ ਅਰਜਨ ਦੇਵ ਨੇ ਬਚਾਈ ਹੈ, ਮੈਂ ਨਹੀਂ ਬਚਾਈ, ਉਹਨਾਂ ਦੇ ਨਾਮ ਨੇ ਬਚਾਈ ਹੈ। ਤੂੰ ਉਹਨਾਂ ਦੀ ਸ਼ਰਨ ਲੈ ਲਈ, ਕਹੋ ਸਤਿਨਾਮ। ਤੂੰ ਚੌਂਕੜਾ ਮਾਰ ਕੇ ਬਹਿ ਗਿਆ, ਉਹਨਾਂ ਨੂੰ ਯਾਦ ਕਰਨ ਲੱਗਿਆ ਮੇਰਾ ਤਾਂ ਬਹਾਨਾ ਬਣਿਆ, ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ। ਤੂੰ ਗੁਰੂ ਦੀ ਸ਼ਰਨ ਵਿੱਚ ਚੱਲ, ਮੇਰੇ ਪੈਰੀ ਨਾ ਪੈ। ਫਿਰ ਉਹ ਮਹਾਂਪੁਰਸ਼ ਬਿਧੀ ਚੰਦ ਜੀ ਨੂੰ ਗੁਰੂ ਅਰਜਨ ਦੇਵ ਜੀ ਕੋਲ ਲੈ ਕੇ ਆਏ, ਉਹਨਾਂ ਦੇ ਪੈਰੀ ਪਾਇਆ। ਬਸ ਫਿਰ ਤਾਂ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਗਿਆ। ਬਿਧੀ ਚੰਦ ਚੋਰੀਆਂ ਚਾਰੀਆਂ ਛੱਡ ਕੇ 6ਵੇਂ ਪਾਤਸ਼ਾਹ ਤੱਕ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ। ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ। ਫਿਰ ਉਹਨਾਂ ਦੇ ਸਾਰੇ ਕਾਰਜ ਹੋ ਜਾਂਦੇ ਆ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ। ਇੱਥੋਂ ਤੱਕ ਕਿ ਉਹਨਾਂ ਨੂੰ ਹਰ ਥਾਂ 'ਤੇ ਫਿਰ ਉਹੀ ਦਿਖਾਈ ਦਿੰਦਾ। ਘਟ ਘਟ ਏਕੋ ਵਰਤਦਾ ਜਲ ਥਲ ਮਹੀਅਲ ਪੂਰੇ। ਉਹਨਾਂ ਨੂੰ ਹਰ ਥਾਂ 'ਤੇ ਪਰਮੇਸ਼ਰ ਹੀ ਦਿਖਾਈ ਦਿੰਦਾ ਸਾਰੇ ਜੀਵਾਂ ਦੇ ਵਿੱਚ। ਜੈਸੀ ਅਵਸਥਾ ਭਾਈ ਕਨ੍ਹਈਆ ਜੀ ਦੀ ਬਣ ਗਈ, ਸੇਵਾ ਕਰਦੇ ਕਰਦੇ ਸਾਰਿਆਂ ਵਿੱਚੋਂ ਦਿਖਾਈ ਦਿੰਦਾ। ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ। ਐਸੇ ਤਰ੍ਹਾਂ ਸਾਧੂਆਂ ਦੀ ਸੰਗਤ ਕਰਕੇ ਬਿਧੀ ਚੰਦ ਦੇ ਪਾਪਾਂ ਵਾਲਾ ਜਿਹੜੇ ਚੋਰੀ ਕੀਤੇ ਸੀ, ਇਹ ਤੋਂ ਪਹਿਲਾਂ ਪਾਪ ਕੀਤੇ ਸੀ, ਉਹ ਸਾਰੇ ਵਿਨਾਸ਼ ਹੋ ਗਏ। ਇਨਾਮ ਦੇ ਵਿੱਚ ਇੰਨੀ ਪਾਵਰ ਹੈ ਕਿ ਨਾਮ ਜਪਣ ਵਾਲਿਆਂ ਦੇ ਕੋਲੇ ਵੀ ਜਾ ਕੇ ਬੈਠਣ ਲੱਗ ਜਾਵੇ ਤਾਂ ਵੀ ਕਿਰਪਾ ਹੋ ਜਾਂਦੀ ਹੈ। ਕਿੱਡੀ ਵੱਡੀ ਮਹਾਨ ਗੱਲ ਗੁਰੂ ਪਾਤਸ਼ਾਹ ਬਾਣੀ 'ਚ ਲਿਖਦੇ ਨੇ। ਕਹਿੰਦੇ ਜੇ ਨਾਮ ਜਪਣ ਵਾਲਿਆਂ ਨੂੰ ਸਤਿਕਾਰ ਹੀ ਦੇਣ ਲੱਗ ਜਾਵੇ ਤਾਂ ਵੀ ਕਿਰਪਾ ਹੋਣ ਲੱਗ ਜਾਂਦੀ ਹੈ। ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਜਮਦੂਤ ਨੇੜੇ ਨਹੀਂ ਆ ਸਕਦੇ, ਬੁਲਾ ਨਹੀਂ ਸਕਦੇ ਜੇ ਕੋਈ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰਦਾ ਹੈ। ਅਤੇ ਬਿਧੀ ਚੰਦ ਚੋਰੀ ਕਰਕੇ ਤੇ ਉਸ ਰੱਬ ਦੇ ਪਿਆਰੇ ਦੀ ਸ਼ਰਨ ਵਿੱਚ ਜਾ ਬੈਠਾ ਅਤੇ ਪਿੰਡ ਵਾਲੇ ਉਹਨੂੰ ਹੱਥ ਨਹੀਂ ਲਾ ਸਕੇ। ਕਹੋ ਸਤਿਨਾਮ ਸੀ, ਮੁੜ ਗਏ ਉੱਥੋਂ ਹੀ। ਇਸ ਕਰਕੇ ਇਹ ਹੈ ਨਾਮ ਦੀ ਮਹਿਮਾ। ਅੱਜ ਦੇ ਸ਼ਬਦ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਮ ਜਪਣ ਦੀ ਅਤੇ ਨਾਮ ਜਪਣ ਵਾਲਿਆਂ ਦੀ ਮਹਿਮਾ ਦੱਸ ਰਹੇ ਨੇ। ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ। ਜਦੋਂ ਸਾਧੂਆਂ ਦੀ ਚਰਨ ਧੂੜ ਲੈ ਲਈ, ਜਦੋਂ ਉਹਨਾਂ ਦੇ ਕੋਲੋਂ ਸ਼ਬਦ ਲੈ ਲਿਆ, ਸਿਮਰਨ ਲੈ ਲਿਆ, ਸਿਮਰਨਾ ਕੀਤਾ, ਉਹਨਾਂ ਦੀ ਚਰਨ ਧੂੜੀ ਬਣ ਗਈ। ਸਭ ਛਡਾਈ ਖਸਮ ਆਪ। ਤਾਂ ਉਹਨਾਂ ਨੂੰ ਮਾਲਕ ਨੇ ਛਡਾ ਲਿਆ, ਜਮਾ ਤੋਂ ਛਡਾ ਲਿਆ। ਧੰਨ ਗੁਰੂ ਨਾਨਕ ਦੇਵ ਜੀ ਦੀ ਛੋਟੀ ਜਿਹੀ ਗੱਲ ਸਾਂਝੀ ਕਰੀਏ ਆਪਾਂ। ਕਹਿੰਦੇ ਚੱਲਦੇ ਚੱਲਦੇ ਇੱਕ ਠੱਗਾਂ ਦੇ ਪਿੰਡ ਚਲੇ ਗਏ ਅਤੇ ਸਤਿਗੁਰੂ ਨੂੰ ਪਤਾ ਸੀ ਕਿ ਪਿੰਡ ਠੱਗਾਂ ਦਾ, ਔਰ ਇਹਨਾਂ ਠੱਗਾਂ ਨੂੰ ਸਿੱਧੇ ਰਸਤੇ ਪਾਉਣਾ ਅੱਜ ਆਪਾਂ। ਅਤੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਕਲਾ ਵਰਤਾਈ, ਉਹਨੂੰ ਇੱਕ ਸੁੰਦਰ ਇਸਤਰੀ ਦਾ ਰੂਪ ਦੇਤਾ ਅਤੇ ਉਹਦੇ ਸਰੀਰ 'ਤੇ ਗਹਿਣੇ ਪਾ ਦਿੱਤੇ। ਕਹੋ ਸਤਿਨਾਮ। ਬਹੁਤ ਸਾਰੇ। ਅਤੇ ਆਪ ਲਾੜਾ ਬਣ ਗਏ ਜਿਵੇਂ ਕੋਈ ਨਵਾਂ ਹੀ ਮਕਲਾਵਾ ਲਿਆਂਦਾ ਹੋਵੇ। ਅਤੇ ਪਿੱਛੇ ਭਾਈ ਬਾਲੇ ਨੂੰ ਲਾਗੀ ਬਣਾਤਾ, ਜਿਵੇਂ ਪਿੱਛੇ ਪਹਿਲਾਂ ਲਾਗੀ ਨਾਲ ਜਾਂਦੇ, ਪੰਡ ਪੁੰਡ ਨਾਲ ਗਠੜੀ ਚੱਕ ਲੈਂਦੇ, ਭਾਰ ਚੱਕ ਲੈਂਦੇ। ਤਿੰਨੇ ਜਾ ਰਹੇ ਆ, ਠੱਗਾਂ ਦੇ ਪਿੰਡ ਕੋਲੇ ਪਹੁੰਚ ਗਏ। ਦਿਨ ਛਿਪੇ ਜੇ, ਰਾਤ ਜੀ ਪੈਣ ਵਾਲੀ ਆ। ਇੱਕ ਬੰਦਾ ਟੱਕਰਿਆ, ਠੱਗ। ਇਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਰਾਤ ਕੱਟਣੀ ਸੀ। ਇਹ ਠੱਗ ਤਾਂ ਭਾਲਦੇ ਸੀਗੇ, ਸਾਰਾ ਪਿੰਡ ਠੱਗਾਂ ਦਾ ਸੀਗਾ। ਜਿਹਦੇ ਵੀ ਡਿੱਕੇ ਕੋਈ ਚੜ੍ਹ ਜਾਂਦਾ ਠੱਗ ਲੈਂਦੇ, ਪਿੰਡ ਵਾਲੇ ਫਿਰ ਵੰਡ ਕੇ ਖਾਂਦੇ ਆਪ।
ਤੇ ਇਹਨੇ ਆਪ ਹੀ ਪੁੱਛ ਲਿਆ ਨੌਜਵਾਨ ਨੇ, ਭਾ ਬਾਬੇ ਨਾਨਕ ਨੇ, ਬਈ ਅਸੀਂ ਰਾਤ ਕੱਟਣੀ ਸੀ, ਸਾਨੂੰ ਰਾਤ ਪੈ ਗਈ ਤੇ ਇੰਨਾ ਸੋਨਾ ਲੱਦਿਆ ਇਸਤਰੀ ਦੇ। ਠੱਗ ਦਾ ਮਨ ਲਾਲਚੀ, ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਆ ਸਾਰਾ ਪਿੰਡ ਸੌਦਾ ਹੀ, ਜਿੱਥੇ ਮਰਜ਼ੀ ਰਾਤ ਕੱਟ ਲਓ, ਆਪਣੇ ਘਰੇ ਕੱਟ ਲਓ। ਕਹਿੰਦੇ ਚੱਲ ਭਾਈ। ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਇਹ ਚੰਗੀ ਸਾਮੀ ਫਸੀ ਆ। ਕੋਈ ਨਵਾਂ ਨੌਜਵਾਨ ਮਕਲਾਵਾ ਲੈ ਕੇ ਆਏ ਆ, ਲੜਕੀ ਦੇ ਸੋਨਾ ਵੀ ਪਾਈ ਆ, ਪੱਕਾ ਪਾਇਆ ਹੋਇਆ, ਹਾਰ ਹੂਰ ਤੇ ਚੂੜੀਆਂ ਚਾੜੀਆਂ, ਕਾਂਟੇ ਕੂੰਟੇ, ਸਾਰਾ ਕੁਛ, ਬਹੁਤ ਕੁਛ ਪਾਇਆ। ਔਰ ਅੱਗੇ ਪਿੱਛੇ ਉਹਨੂੰ ਕਹਿੰਦੇ ਵੇਖੀ ਕਿਤੇ ਹੁਣੇ ਸ਼ਿਕਾਰ ਹੱਥੋਂ ਨਿਕਲ ਨਾ ਜਾਵੇ, ਤੜਕੇ ਵੰਡਾਂਗੇ, ਰਾਤ ਕਟਾ ਇੱਥੇ ਤੇ ਲੁੱਟ ਲਈ ਰਾਤ ਨੂੰ। ਕਹਿਣ ਲੱਗਿਆ ਠੀਕ ਆ, ਫਿਕਰ ਨਾ ਕਰੋ। ਆਪਣੇ ਘਰੇ ਪਾਇਆ। ਸਤਿਗੁਰੂ ਪਾਤਸ਼ਾਹ ਜੀ ਉਸ ਘਰੇ ਰਹੇ। ਪਾਤਸ਼ਾਹ ਨੇ ਐਸੀ ਕਲਾ ਵਰਤਾਈ, ਉਸ ਪਰਿਵਾਰ ਦੇ ਵਿੱਚੋਂ ਕਿਸੇ ਬੰਦੇ ਨੂੰ ਜਾਗ ਹੀ ਨਾ ਆਈ। ਅੱਧੀ ਰਾਤ ਨੂੰ ਉੱਠ ਕੇ ਲੁੱਟਣਾ ਸੀ, ਇਹਨਾਂ ਨੂੰ ਮਾਰਨਾ ਸਿੱਟਣਾ ਸੀਗਾ, ਪਰ ਉਹਨਾਂ ਨੂੰ ਜਾਗ ਹੀ ਨਾ ਆਈ। ਤੇ ਤੜਕੇ 4 ਵਜੇ ਪਾਤਸ਼ਾਹ ਕਹਿੰਦੇ ਚਲੋ ਮਿੱਤਰੋ ਉੱਠੋ, ਚੱਲੀਏ ਆਪਾਂ। ਤੇ ਉਹਨਾਂ ਦੇ ਘਰੋਂ ਸਤਿਗੁਰੂ ਉੱਠੇ ਤੇ ਤੁਰ ਪਏ। ਇੰਨੇ ਪਿੰਡ ਵਾਲੇ ਆ ਗਏ, ਲਿਆ ਵੀ ਸਮਾਨ ਵੰਡਿਆ, ਲੁੱਟਿਆ। ਕਹਿੰਦਾ ਯਾਰ ਕਿੱਥੇ ਲੁੱਟਿਆ ਗਿਆ, ਮੈਨੂੰ ਤਾਂ ਨੀਂਦ ਹੀ ਐਸੀ ਆਈ, ਸਾਨੂੰ ਕੋਈ ਜਾਗਿਆ ਨਹੀਂ ਗਿਆ। ਤੇ ਉਹ ਚੋਰੀਆਂ, ਪਿੰਡ ਵਾਲੇ ਕਹਿੰਦੇ ਤੂੰ ਕੱਲਾ ਮਾਲ ਹੜੱਪਣਾ ਚਾਹੁੰਦਾ ਹੈ, ਧਰ ਮਾਲ ਕਿੱਥੇ ਹੈ? ਉਹ ਕਹਿੰਦਾ ਮੈਂ ਨਹੀਂ ਲੁੱਟਿਆ, ਸੱਚ ਜਾਣੋ ਮੈਂ ਸਹੁੰ ਪਾਉਣਾ, ਸਾਨੂੰ ਜਾਗ ਨਹੀਂ ਆਈ, ਉੱਠ ਕੇ ਤੁਰ ਗਏ। ਪਿੰਡਾਂ 'ਚ ਮਾਲ ਬਹੁਤ ਹੈ ਯਾਰ, ਲੱਭੋ ਕਿੱਧਰ ਨੂੰ ਗਿਆ। ਉਹਨਾਂ ਨੇ 2-2 ਬੰਦੇ ਸਾਰੇ ਰਸਤਿਆਂ 'ਤੇ ਭਜਾਏ ਬਾਹਰ ਨੂੰ, ਜਿਹੜੇ ਰਸਤੇ ਬਾਹਰ ਨਿਕਲਦੇ ਆ ਪਿੰਡੋਂ। ਤੇ ਗੁਰੂ ਪਿਆਰੋ ਕੀ ਵੇਖਦੇ ਆ, 2 ਬੰਦੇ ਉਹ ਜਾ ਰਹੇ ਨੇ। ਉਹਨਾਂ ਨੇ ਵੇਖ ਲਿਆ, ਆਵਾਜ਼ ਮਾਰੀ ਖੜ ਜਾਓ, ਰੁਕ ਜਾਓ। ਪਾਤਸ਼ਾਹ ਗਏ ਨਹੀਂ ਸੀ ਕਿਧਰੇ, ਨਾ ਹੀ ਜਾਣਾ ਸੀਗਾ, ਇਹਨਾਂ ਸੁਧਾਰ ਕਰਕੇ ਜਾਣਾ ਸੀ। ਪਰ ਸਤਿਗੁਰੂ ਪਹਿਲਾਂ ਸਬੂਤ ਬਣਾਉਂਦੇ ਸੀ ਬੰਦੇ ਦੀ ਗਲਤੀ ਦਾ, ਵੀ ਤੂੰ ਆਹ ਗਲਤੀ ਕਰਦਾ, ਇਹਨੂੰ ਛੱਡ। ਸਬੂਤ ਬਣਾਉਣਾ ਸੀਗਾ, ਉਹ ਬਣ ਗਿਆ ਅੱਜ। ਤਾਂ ਹੁਣ ਕੀ ਹੋਇਆ, ਇਹ ਜਿਹੜੇ 2 ਨੌਜਵਾਨ ਭਜਾਏ ਆ ਮਗਰ ਲੱਭਣ ਵਾਸਤੇ, ਕਹਿੰਦੇ ਖੜ ਜਾਓ, ਤੁਸੀਂ ਸਾਡੀ ਚੋਰੀ ਕਰ ਲਿਆਏ। ਪਾਤਸ਼ਾਹ ਖੜ ਕੇ ਦੱਸੋ, ਤੁਸੀਂ ਬਿਨਾਂ ਦੱਸੇ ਆ ਗਏ ਸਾਡੇ ਘਰੋਂ, ਸਾਡਾ ਸਮਾਨ ਚੱਕ ਲਿਆਏ, ਆ ਲਾਹ ਦਿਓ ਜਿਹੜਾ ਕੁਛ ਪਾਇਆ ਤੁਹਾਡੇ, ਨਹੀਂ ਤਾਂ ਇੱਥੇ ਮਾਰ ਕੇ ਛੱਡ ਦਿਆਂਗੇ। ਪਾਤਸ਼ਾਹ ਕਹਿੰਦੇ ਕੋਈ ਨਹੀਂ ਭਾਈ, ਐਂ ਤਾਂ ਅਸੀਂ ਲਾਹ ਕੇ ਨਹੀਂ ਦਿੰਦੇ, ਤੁਸੀਂ ਸਾਨੂੰ ਪਹਿਲਾਂ ਮਾਰ ਦਿਓ ਤੇ ਫਿਰ ਲਾਹ ਲਿਓ। ਪਰ ਗੱਲ ਸੁਣੋ, ਕਿਤੇ ਮਾਰ ਕੇ ਆਏ ਨਾ ਸਿੱਟ ਜੋ ਸਾਨੂੰ, ਜਾਨਵਰ ਖਾਂਦੇ ਫਿਰਨ, ਸਾਡੇ ਸੰਸਕਾਰ ਦਾ ਇੰਤਜ਼ਾਮ ਕਰ ਲਓ ਪਹਿਲਾਂ, ਸਾਡੇ ਵਹਿੰਦੇ ਵਹਿੰਦੇ। ਉਹ ਹੈਰਾਨ ਦੋਨੇ ਬੰਦੇ, ਵੀ ਯਾਰ ਕਮਾਲ ਹੋ ਗਈ, ਅਸੀਂ ਮਾਰਨ ਨੂੰ ਫਿਰਦੇ ਸੀਗੇ, ਇਹ ਸੰਸਕਾਰ ਕਰਨ ਨੂੰ ਫਿਰਦੇ ਆ। ਉਹ ਕਹਿੰਦੇ ਛੱਡ ਯਾਰ ਤੂੰ ਸਮਾਨ ਧਰੋ। ਕਹਿੰਦੇ ਨਾ, ਪਹਿਲਾਂ ਸਾਡੇ ਮਰਨ ਤੋਂ ਬਾਅਦ ਸੰਸਕਾਰ ਦਾ ਇੰਤਜ਼ਾਮ ਕਰੋ, ਕੋਈ ਅੱਗ ਲੈ ਕੇ ਆਓ, ਲੱਕੜਾਂ ਲੁੱਕੜਾਂ ਦੇਖੋ ਕਿਤੇ। ਕਹਿੰਦੇ ਅੱਗ ਇੱਥੇ ਕਿੱਥੇ ਮਿਲੂ ਜੰਗਲ 'ਚ? ਪਾਤਸ਼ਾਹ ਕਹਿੰਦੇ ਉਹ ਸਾਹਮਣੇ ਧੂੰਆਂ ਨਿਕਲਦਾ, ਉੱਥੇ ਅੱਗ ਹੋਊਗੀ। ਕਹਿੰਦੇ ਹਾਂ ਲੱਗਦਾ ਤਾਂ ਧੂੰਆਂ ਨਿਕਲਦਾ। ਕਹਿੰਦੇ ਜਾਓ ਫਿਰ। ਕਹਿੰਦੇ ਐਂ ਕਿਵੇਂ ਬਾਗ ਜੀ ਤੁਸੀਂ ਭੱਜੋ? ਕਹਿੰਦੇ ਇੱਕ ਨਾ ਇੱਥੇ ਖੜ ਜਾਓ, ਇੱਕ ਜਣਾ ਲਿਆਓ ਜਾ ਕੇ। ਇੱਕ ਦਿਨ ਚਿਖਾ ਕੰਨੀ ਗਿਆ, ਜਦੋਂ ਉੱਥੋਂ ਦੀ ਕੋਲ ਦੀ ਟੱਪਿਆ, ਧੂੰਆਂ ਨਿਕਲਦਾ, ਚਿਖਾ ਮੱਚੀ ਜਾਵੇ ਤੇ ਚਿਖਾ ਦੇ ਕੋਲੇ ਕਹਿੰਦੇ ਜਮਦੂਤ ਖੜੇ ਤੇ ਇੱਕ ਬੰਦੇ ਨੂੰ ਕੁੱਟੀ ਜਾਣ। ਜਦੋਂ ਵੇਖਿਆ ਉਹ ਬੰਦੇ ਨੂੰ ਕੁੱਟੀ ਜਾਂਦੇ ਐ, ਬੋਝ ਕੇ ਪਾਸੇ ਟੱਪ ਗਿਆ। ਥੋੜ੍ਹੀ ਦੇਰ ਬਾਅਦ ਕੀ ਦੇਖਦਾ ਕਿ ਜਮਦੂਤ ਤਾਂ ਗਾਇਬ ਹੋ ਗਏ ਤੇ ਉਸ ਬੰਦੇ ਦੇ ਕੋਲੇ ਦੇਵਤੇ ਖੜੇ ਐ ਤੇ ਉਹਨੂੰ ਕਹੀ ਜਾਂਦੇ ਆ ਦੀਵਾਨ ਵਿੱਚ ਬੈਠ ਭਾਈ, ਗਲਤੀ ਹੋ ਗਈ, ਅਸੀਂ ਲੇਟ ਹੋ ਗਏ, ਤੈਨੂੰ ਸੱਚਖੰਡ ਲੈ ਕੇ ਜਾਣਾ। ਉਹ ਬੰਦਾ ਹੈਰਾਨ ਹੋ ਗਿਆ, ਨੇੜੇ ਆ ਗਿਆ, ਕਹਿੰਦਾ ਭਾਈ ਸਾਹਿਬ ਹੁਣੇ ਤਾਂ ਤੁਸੀਂ ਇਹਨੂੰ ਕੁੱਟ ਰਹੇ ਸੀਗੇ ਜਮਦੂਤ, ਤੇ ਹੁਣ ਤੁਸੀਂ ਇਹਦੀਆਂ ਮਿੰਨਤਾਂ ਕਰੀ ਨਾ, ਗੱਲ ਕੀ ਹੋ ਗਈ? ਕਹਿੰਦੇ ਸਾਥੀ ਗਲਤੀ ਹੋ ਗਈ ਸਾਡੇ ਕੋਲੋਂ, ਇਹਨੇ ਸੱਚਖੰਡ ਜਾਣਾ ਸੀ, ਇਹਦੇ ਵੱਲੋਂ ਬਾਬੇ ਨਾਨਕ ਨੇ ਉਂਗਲ ਕਰਤੀ। ਜਿਹਦੇ ਵੱਲ ਬਾਬੇ ਨਾਨਕ ਦੀ ਉਂਗਲ ਹੋ ਜਾਵੇ ਉਹ ਬਖਸ਼ਿਆ ਜਾਂਦਾ, ਜਿਹਦੇ ਵੱਲ ਇਸ਼ਾਰਾ ਹੋ ਜਾਵੇ। ਇਹ ਪਾਪੀ ਤਾਂ ਬਹੁਤ ਵੱਡਾ ਸੀਗਾ, ਨਰਕਾਂ ਵਿੱਚ ਸਿੱਟਣ ਦੇ ਕਾਬਲ ਸੀ, ਪਰ ਹੁਣ ਨਾਨਕ ਨੇ ਇਹਦੇ ਵੱਲ ਉਂਗਲ ਕਰਤੀ, ਇਹਨੂੰ ਬਖਸ਼ ਦਿੱਤਾ ਤੇ ਇਸ ਕਰਕੇ ਇਹਨੂੰ ਸੱਚਖੰਡ ਲੈ ਕੇ ਜਾਣਾ। ਉਹ ਬੰਦਾ ਕਹਿੰਦਾ ਕਿੱਥੇ ਆ ਨਾਨਕ? ਕਹਿੰਦੇ ਉਹ ਜਿਹੜੇ 3 ਬੰਦੇ ਖੜੇ ਆ ਉਹਨਾਂ ਵਿੱਚ ਇੱਕ ਰੱਬ ਹੈ, ਆਪ ਨਾਨਕ ਹੈ, ਉਹਨੇ ਬਖਸ਼ਤਾ ਇਸ ਨੂੰ।
ਕਹਿੰਦੇ ਯਾਰ ਅਸੀਂ ਤਾਂ ਉਹਨੂੰ ਮਾਰਨ ਨੂੰ ਫਿਰਦੇ ਸੀ। ਕਹਿੰਦੇ ਤੁਸੀਂ ਮਾਰਨ ਨੂੰ ਫਿਰਦੇ ਹੋ, ਫਿਰ ਤੁਸੀਂ ਕਿਵੇਂ ਬਖਸ਼ੇ ਜਾਓਗੇ? ਜਾਓ ਮਾਫੀ ਮੰਗ ਲਓ। ਉਹ ਬੰਦਾ ਪੁੱਛ ਕੇ ਵਾਪਸ ਆਇਆ, ਭੱਜਿਆ ਭੱਜਿਆ ਆ ਕੇ ਪੈਰੀ ਪੈ ਗਿਆ। ਕਹਿੰਦਾ ਬਖਸ਼ ਲਓ ਮਹਾਰਾਜ। ਦੂਜਾ ਕਹਿੰਦਾ ਗੱਲ ਕੀ ਹੋ ਗਈ? ਉਹ ਕਹਿੰਦਾ ਉਹ ਇਹ ਤਾਂ ਆਪਾਂ ਨੂੰ ਬਖਸ਼ਣ ਵਾਲਾ, ਮਾਫੀਆਂ ਦੇਣ ਵਾਲਾ, ਦਾਤਾਂ ਦੇਣ ਵਾਲਾ, ਆਪਾਂ ਇਹਨੂੰ ਮਾਰਨ ਨੂੰ ਫਿਰਦੇ ਹਾਂ। ਤੇ ਫਿਰ ਉਹ ਮਿੰਨਤਾਂ ਕਰਕੇ ਕਹਿੰਦੇ ਚਲੋ ਮਹਾਰਾਜ ਸਾਡੇ ਨਗਰ ਚਲੋ। ਤੇ ਹੁਣ ਉੱਥੇ ਨਾ ਉਹ ਮਰਦਾਨਾ, ਨਾ ਉਹ ਗੁਰੂ ਪਿਆਰੋ ਇਸਤਰੀ ਹੈ, ਨਾ ਉਹ ਗਹਿਣੇ ਹੈ। ਪਾਤਸ਼ਾਹ ਨੇ ਮਰਦਾਨੇ ਨੂੰ ਸਹੀ ਰੂਪ 'ਚ ਕਰਤਾ ਤੇ ਵਾਪਸ ਉਹਨੇ ਪਿੰਡ ਚਲੇ ਗਏ। ਫਿਰ ਠੱਗਾਂ ਨੂੰ ਸਿੱਧੇ ਰਸਤੇ ਪਾਇਆ, ਨਾਮ ਜਪਣ ਲਾਇਆ। ਇਸ ਕਰਕੇ ਜਦੋਂ ਕਿਸੇ ਜੀਵ 'ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਪਾਪ ਵਿਨਾਸ਼ਨ ਸੇਵਿਆ, ਜਿਹੜੇ ਪਾਪ ਹੈ ਉਹਨਾਂ ਨੂੰ ਖਤਮ ਕਰਨ ਵਾਲੇ ਨਾਮ ਨੂੰ ਜਦੋਂ ਜਪਿਆ, ਸੰਤਨ ਕੀ ਧੂਰੇ, ਸਾਧੂਆਂ ਦੀ ਸੰਗਤ ਲੈ ਕੇ ਜਦੋਂ ਨਾਮ ਨੂੰ ਜਪਿਆ, ਸਭ ਛੁਡਾਈ ਖਸਮ ਆਪ। ਉਹਨਾਂ ਜੀਵਾਂ ਨੂੰ ਮਾਲਕ ਨੇ ਆਪ ਛੁਡਾ ਲਿਆ, ਜਮਦੂਤਾਂ ਨੂੰ ਛੁਡਾ ਲਿਆ। ਹਰ ਜਾ ਭਈ ਠਰੂਰੇ, ਠਰੂਰੇ ਠਰਨਾ, ਸ਼ਾਂਤੀ ਠੰਡ ਪੈ ਜਾਣੀ। ਹਰੀ ਦਾ ਨਾਮ ਜਪ ਕਰਕੇ ਉਹਨਾਂ ਦੇ ਹਿਰਦੇ ਵਿੱਚ ਠੰਡ ਪੈ ਗਈ, ਉਹਨਾਂ ਨੂੰ ਸ਼ਾਂਤੀ ਆ ਗਈ। ਪਾਤਸ਼ਾਹ ਜੀ ਕਹਿੰਦੇ ਜਦੋਂ ਉਸ ਮਾਲਕ ਦੇ ਨਾਲ ਜੁੜਨਾ ਕੀਤਾ, ਪਾਪਾਂ ਦਾ ਖਾਤਮਾ ਹੋ ਗਿਆ। ਜਦੋਂ ਨਾਮ ਨੂੰ ਜਪਿਆ ਤੇ ਨਾਮ ਜਪ ਕਰਕੇ ਉਸ ਦੇ ਅਧਿਕਾਰੀ ਹੋ ਗਏ, ਉਸ ਮਾਲਕ ਦੇ ਚਰਨਾਂ ਵਿੱਚ ਮਿਲ ਗਏ, ਉਹਦਾ ਰੂਪ ਹੋ ਗਏ। ਇਸ ਤਰ੍ਹਾਂ ਉਹਨਾਂ ਦੀ ਚਰਨ ਧੂੜੀ ਲੈ ਕਰਕੇ ਹਰ ਜਾ ਭਈ ਠਰੂਰੇ, ਹਰੀ ਦਾ ਨਾਮ ਜਪਦੇ ਜਪਦੇ ਉਹਦੇ ਵਿੱਚ ਮਿਲ ਗਏ। ਆਤਮਿਕ ਸ਼ਾਂਤੀ ਮਿਲ ਗਈ, ਠੰਡ ਮਿਲ ਗਈ ਗੁਰੂ ਪਿਆਰਿਓ। ਤੇ ਮਾਲਕ ਨੇ ਜੰਮਣ ਮਰਨ ਤੋਂ ਬਚਾ ਲਿਆ। ਕਰਤਾ ਕੀਆ ਤਪਾਵਸੋ, ਦੁਸ਼ਟ ਮੋਏ ਹੋਏ ਮੂਰੇ। ਤੇ ਅੱਗੇ ਪਾਤਸ਼ਾਹ ਕਹਿੰਦੇ ਕਰਤਾ ਪੁਰਖ ਹਰੀ ਨੇ ਇਹ ਤਪਾਵਸੋ ਨਿਆਂ ਕੀਤਾ ਹੈ। ਜੋ ਦੁਸ਼ਟ ਮਨਮੁਖ ਲੋਕ ਹਨ ਮੂੜ ਮੂਰੇ, ਅੱਗੇ ਹੋਏ ਫਿਰਦੇ ਸੀ ਉਹ ਸਾਰੇ ਮਰ ਗਏ। ਭਾਵ ਜਿਹੜੇ ਕਿ ਗੁਰਮੁਖਾਂ ਨੂੰ ਦੁੱਖ ਦੇਣ ਵਾਲੇ ਸੀ ਉਹ ਖਤਮ ਹੋ ਗਏ, ਦੁੱਖ ਹੀ ਖਤਮ ਹੋ ਗਏ, ਦੁੱਖ ਦੇਣ ਵਾਲੇ ਵੀ ਖਤਮ ਹੋ ਗਏ। ਕਰਤੇ ਕੀਆ ਤਪਾਵਸੋ, ਦੁਸ਼ਟ ਮੋਏ ਹੋਏ ਮੂਰੇ। ਮੂਰਾ ਕੀ ਹੁੰਦਾ ਹੈ? ਪੁਰਾਣੇ ਸਮਿਆਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਜੇ ਕੋਈ ਮੱਝ ਦਾ ਬਛੜਾ, ਮੱਝ ਦਾ ਕਟਰੂ ਮਰ ਜਾਂਦਾ ਸੀਗਾ ਤੇ ਮੱਝ ਦੁੱਧ ਨਹੀਂ ਸੀ ਦਿੰਦੀ, ਤੇ ਗੁੱਜਰ ਲੋਕ ਕੀ ਕਰਦੇ ਸੀਗੇ, ਕਟਰੂ ਦੀ ਖੱਲ ਲਾ ਕੇ ਉਹਦੇ ਵਿੱਚੋਂ ਹੱਡੀਆਂ ਕੱਢ ਕੇ ਕੱਲੀ ਖੱਲ ਨੂੰ ਸਿਉਂ ਕਰਕੇ ਉਹ 'ਚ ਤੂੜੀ ਭਰ ਦਿੰਦੇ, ਕਿਉਂਕਿ ਮਰਿਆ ਬੱਚਾ ਉਹ ਤਾਂ ਖੜਦਾ ਨਹੀਂ ਗਾ। ਤੇ ਉਹਦੇ ਲੱਤਾਂ ਵਿੱਚ ਡੰਡਾ ਡੁੰਡਾ ਪਾ ਕੇ ਤੇ ਉਹਦੇ ਵਿੱਚ ਤੂੜੀ ਭਰ ਦਿੰਦੇ ਤੇ ਉਹਨੂੰ ਐ ਖੜਾ ਦਿੰਦੇ ਮੁਰਦੇ ਨੂੰ, ਤੇ ਫਿਰ ਉਹਨੂੰ ਮੱਝ ਦੇ ਮੂਹਰੇ ਖੜਾ ਦਿੰਦੇ। ਮੱਝ ਨੂੰ ਭੁਲੇਖਾ ਪੈ ਜਾਂਦਾ ਮੇਰਾ ਬੱਚਾ ਹੀ ਆ ਇਹ, ਤੇ ਉਸ ਨੂੰ ਵੇਖ ਕੇ ਮੱਝ ਦਾ ਦੁੱਧ ਉਤਰ ਆਉਂਦਾ ਤੇ ਉਹ ਚੋ ਲੈਂਦੇ। ਇਸ ਤਰ੍ਹਾਂ ਕਹਿੰਦੇ ਅਕਾਲ ਪੁਰਖ ਨੇ ਕੈਸਾ ਨਿਆਂ ਕੀਤਾ ਹੈ। ਜਿਹੜੇ ਦੁਸ਼ਟ ਸਨ, ਜਿਹੜੇ ਮੂਰੇ ਭਾਵ ਮਰੇ ਹੋਏ ਤੁਰੇ ਫਿਰਦੇ ਆ ਦੁਨੀਆ ਵਿੱਚ, ਮਨਮੁਖ ਦੀ ਗੱਲ ਕਰਦੇ ਆ ਪਾਤਸ਼ਾਹ। ਜਿਹੜਾ ਮਨਮੁਖ ਹੈ ਵੇਖਣ ਨੂੰ ਤਾਂ ਲੱਗਦਾ ਵੀ ਬੰਦਾ ਤੁਰਿਆ ਫਿਰਦਾ ਹੈ, ਪਰ ਅਸਲ ਦੇ ਵਿੱਚ ਇਸ ਦੇ ਅੰਦਰ ਜਾਨ ਨਹੀਂ ਹੈ। ਇਹ ਲੋਥਾਂ ਤੁਰੀਆਂ ਫਿਰਦੀਆਂ ਹਨ। ਜਿਵੇਂ ਮੱਝ ਜਿਹੜੀ ਹੈ ਮਰੇ ਹੋਏ ਬਛੜੂ ਨੂੰ, ਮਰੇ ਹੋਏ ਕਟਰੂ ਨੂੰ ਚੱਟੀ ਜਾਂਦੀ ਹੈ ਤੇ ਦੁੱਧ ਦੇਈ ਜਾਂਦੀ ਹੈ, ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਇਹਨਾਂ ਵਿਸ਼ੇ ਵਿਕਾਰਾਂ ਨੂੰ ਚੰਗੇ ਸਮਝ ਕੇ ਇਹਨਾਂ ਦੇ ਮਗਰ ਲੱਗਿਆ ਫਿਰਦਾ ਸੀ। ਪਰ ਹੁਣ ਗੁਰੂ ਨੇ ਕਿਰਪਾ ਕੀਤੀ, ਇਹ ਸਾਰੇ ਵਿਸ਼ੇ ਵਿਕਾਰ ਭੱਜ ਗਏ ਹਨ, ਔਗਣ ਦੂਰ ਹੋ ਗਏ ਹਨ, ਦੁੱਖ ਦੇਣ ਵਾਲੇ ਹੁਣ ਗੁਣ ਆ ਗਏ ਹਨ। ਮੇਰੇ ਅੰਦਰੋਂ ਮਨਮੁਖਤਾ ਖਤਮ ਹੋ ਗਈ ਹੈ, ਗੁਰਮੁਖਤਾ ਆ ਗਈ ਹੈ। ਇਹਨਾਂ ਵਿਕਾਰਾਂ ਨੂੰ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਏ ਅਨ ਵਿੱਚ ਦਇਓ ਖੜੋਆ। ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਆ। ਇਉਂ ਗੁਰੂ ਨੇ ਕਿਰਪਾ ਕੀਤੀ, ਅੰਦਰੋਂ ਨਿਆਂ ਕੀਤਾ, ਮੇਰੇ ਅੰਦਰਲੇ ਦੁਸ਼ਟ ਮਾਰ ਦਿੱਤੇ। ਜਿਹੜੇ ਮੈਨੂੰ ਬੜੇ ਚੰਗੇ ਲੱਗਦੇ ਸੀ ਪਰ ਉਹਨਾਂ ਦਾ ਮੈਨੂੰ ਕੋਈ ਫਾਇਦਾ ਨਹੀਂ ਸੀ। ਮੈਨੂੰ ਲੱਗਦਾ ਸੀ ਫਾਇਦਾ ਹੈ, ਪਰ ਜਿੱਦੇ ਗਿਆਨ ਹੋਇਆ ਉਹਦੇ ਉਹ ਛੁਡਾ ਦਿੱਤੇ ਮੇਰੇ ਕੋਲੋਂ।
ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ। ਹੁਣ ਇਹ ਨਾਨਕ ਉਸ ਪਰਮੇਸ਼ਰ ਦੇ ਸੱਚੇ ਰੰਗ ਵਿੱਚ ਰੰਗਿਆ ਗਿਆ ਹੈ ਤੇ ਹਮੇਸ਼ਾ ਉਸ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਹਰੀ ਨੂੰ ਹਮੇਸ਼ਾ ਆਪਣੇ ਨਾਲ ਜਾਣਦਾ ਹੈ ਤੇ ਆਪਣੀ ਸੁਰਤ ਨੂੰ ਹਮੇਸ਼ਾ ਉਹਦੀ ਹਜ਼ੂਰੀ ਵਿੱਚ ਰੱਖਦਾ ਹੈ, ਭਾਵ ਉਹਦੇ ਨਾਲ ਜੁੜਿਆ ਰਹਿੰਦਾ। ਹੁਣ ਇਹ ਨਾਨਕ ਹਮੇਸ਼ਾ ਮਾਲਕ ਨਾਲ ਜੁੜਿਆ ਰਹਿੰਦਾ। ਐਸੀ ਕਿਰਪਾ ਕੀਤੀ ਸਿੱਖੋ ਤੁਸੀਂ ਵੀ ਹਰ ਜਪ ਜਪੇ ਮਨ ਧੀਰੇ। ਪੰਜਵੇਂ ਪਾਤਸ਼ਾਹ ਕਹਿੰਦੇ ਤੁਸੀਂ ਵੀ ਨਾਮ ਜਪਿਆ ਕਰੋ, ਹਰੀ ਦਾ ਨਾਮ ਸਿਮਰਿਆ ਕਰੋ, ਹਰੀ ਦਾ ਜਾਪ ਕਰਿਆ ਕਰੋ। ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ ਮਿਟ ਗਏ ਪਹਿਦੂਰੇ। ਜਿਵੇਂ ਜਿਵੇਂ ਸਿਮਰਨ ਕਰੋਗੇ ਤਿਵੇਂ ਤਿਵੇਂ ਸਾਡੇ ਅਨੇਕਾਂ ਤਰ੍ਹਾਂ ਦੇ ਦੁੱਖ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹਨਾਂ ਸਾਰਿਆਂ ਦੁੱਖਾਂ ਦੀ ਕੋਈ ਦਵਾਈ ਨਹੀਂ ਕਿਸੇ ਕੋਲੇ, ਪਰਮੇਸ਼ਰ ਦਾ ਨਾਮ ਹੀ ਇਹਨਾਂ ਦੀ ਦਵਾਈ ਹੈ। ਵਿਛੋੜਾ ਵੀ ਖਤਮ ਹੁੰਦਾ ਹੈ, ਭੁੱਖਾਂ ਵੀ ਖਤਮ ਹੁੰਦੀਆਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਕਿਹੜੀਆਂ ਭੁੱਖਾਂ? ਆਸ਼ਾ ਤ੍ਰਿਸ਼ਨਾਵਾਂ ਦੀਆਂ। ਜਿਵੇਂ ਆ ਵੱਡੇ ਵੱਡੇ ਮੰਤਰੀਆਂ ਨੇ ਕੋਠੇ ਭਰ ਕੇ ਰੱਖੇ ਆ ਨੋਟਾਂ ਦੇ, ਹੁਣ ਨੋਟਾਂ ਦੰਦੀਆਂ ਥੋੜ੍ਹਾ ਵੱਢਣਗੇ ਉਹ, ਬਸ ਆਸ਼ਾ ਤ੍ਰਿਸ਼ਨਾ ਦੀ ਭੁੱਖ ਹੈ ਵੀ ਸਾਰਾ ਸਾਡੇ ਕੋਲੇ ਹੋਵੇ। ਇਹ ਭੁੱਖਾਂ ਦੂਰ ਹੁੰਦੀਆਂ ਨਾਮ ਜਪਿਆਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਤਾਂ ਉਹਨਾਂ ਦੀਆਂ ਭੁੱਖਾਂ ਦੂਰ ਨਹੀਂ ਹੁੰਦੀਆਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਉਦੋਂ ਰੱਜੇ ਜਦੋਂ ਮਨ ਕਰਕੇ ਤਨ ਕਰਕੇ ਰਸਨਾ ਕਰਕੇ ਪਰਮੇਸ਼ਰ ਦਾ ਸਿਮਰਨ ਕੀਤਾ। ਇਸੀ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਕਥਾ ਕਰਦੇ ਹੋਏ 133 ਅੰਗ 'ਤੇ ਪਹੁੰਚੇ ਹਾਂ। ਅੱਗੇ 12 ਮਾਹ ਆਰੰਭ ਹੁੰਦਾ ਹੈ, ਜੋ ਹਰ ਮਹੀਨੇ ਆਪਾਂ ਕਥਾ ਕਰਦੇ ਹਾਂ। ਕੱਲ੍ਹ ਤੋਂ 12 ਮਾਹਾਂ ਦੀ ਕਥਾ ਆਰੰਭ ਕਰਾਂਗੇ ਲੜੀਵਾਰ। ਪਾਤਸ਼ਾਹ ਕਿਰਪਾ ਕਰਨ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।